ਸ਼੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਦ ਪੰਕਜ ਬੰਦਨ ਪਦ ਸਿਮਰੋ ਅੰਗਦ ਦੁਖ ਅਮਰਦਾਸ ਗੁਰ ਧਿਆਵੋ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਹਰ ਗੋਬਿੰਦ ਸ਼ੁਭ ਸ੍ਰੀ ਹਰਿ ਰਾਏ ਨਮੋ ਕਰ ਨਮੋ ਕਰ ਜੋਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵੇਸਾ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਬੰਦਾਂ ਬਾਰ ਬਾਰ ਜਗ ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਪੁਨੇ ਪੁਨੇ ਕਰ ਕਰ ਨਮੋ ਪਦ ਪੰਕਜ ਗੁਰ ਕੀਰ। ਕਲਗੀ ਤਰ ਪਰ ਹਰ ਅਰਿਨ ਰਾਂਚ ਕਰੇ ਜਿਨ ਮੇਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਆਪ ਜੀ ਬੜ ਭਾਗੀ ਹੋ। ਦਇਆਨਿਧ ਸੁਆਮੀ ਨਿਮਰਤਾ ਦੇ ਪੁੰਜ ਨੌਵੇਂ ਪਾਤਸ਼ਾਹ ਉਦਾਰਤਾ ਔਰ ਵਿਰਾਗ ਦੀ ਮੂਰਤ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਪਰ ਹਾਜ਼ਰਾ ਹਜੂਰ ਜਹਰਾ ਜਹੂਰ ਸਰਵ ਕਲਾ ਭਰਪੂਰ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਮੂਹ ਸੰਗਤਾਂ ਨਿਤਾਂ ਪ੍ਰਤ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਭਾਉ ਪ੍ਰੇਮ ਸਹਿਤ ਸਰਵਣ ਕਰਦੇ ਹੋ। ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਉਹਨਾਂ ਦੀ ਕਲਿਆਣਤਾ ਹੁੰਦੀ ਹੈ ਜਿਹੜੇ ਗੁਰਮੁਖ ਪਿਆਰੇ ਨੇਤੀ ਸ਼ਰਧਾ ਭਾਉ ਪ੍ਰੇਮ ਸਹਿਤ ਜੁੜ ਕੇ ਗੁਰੂ ਕੀ ਕਥਾ ਸੁਣਦੇ ਹਨ। ਚੁੜਾਮਣ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਆਪ ਜੀ ਦੁਆਰਾ ਲਿਖਿਆ ਹੋਇਆ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਜਿਨ੍ਹਾਂ ਦੀ ਕਥਾ ਆਰੰਭ ਹੋਈ ਹੈ, ਭਾਈ ਸੰਤੋਖ ਸਿੰਘ ਜੀ ਨੇ ਕਥਾ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਦਰਜ ਕੀਤੇ ਹਨ, ਜਿਨ੍ਹਾਂ ਦੀ ਆਪਾਂ ਵਿਚਾਰ ਸਰਵਣ ਕਰ ਰਹੇ ਹਾਂ। ਕਿਉਂਕਿ ਸਿੱਖ ਦਾ ਜਿਹੜਾ ਅਕੀਦਾ, ਸਿੱਖ ਦੀ ਭਾਵਨਾ, ਸਿੱਖ ਦਾ ਪ੍ਰੇਮ ਗੁਰੂ ਦੇ ਪ੍ਰਤੀ ਇਤਨਾ ਗਹਿਰਾ ਹੈ ਕਿ ਜਦੋਂ ਬਹਿੰਦਾ ਹੈ ਇਕਾਂਤ ਵਸ, ਉਦੋਂ ਵਾਹਿਗੁਰੂ ਵਾਹਿਗੁਰੂ ਜਪਦਾ। ਜਦੋਂ ਗੁਰਮੁਖਾਂ ਦੀ ਸੰਗਤ ਵਿੱਚ ਬਹਿੰਦਾ, ਗੁਰਮੁਖਾਂ ਦੇ ਨਾਲ ਗੁਰੂ ਦਾ ਜਸ ਕਰਦਾ। ਕਿਤੇ ਕਵੀ ਬਣ ਕੇ ਬਹਿ ਜਾਏ ਤੇ ਕਲਮ ਚੁੱਕ ਕੇ ਗੁਰੂ ਦਾ ਜਸ ਲਿਖਦਾ, ਕਿਤੇ ਕੀਰਤਨੀਆ ਬਣ ਜਾਏ ਤੇ ਗੁਰਬਾਣੀ ਦੁਆਰਾ ਗੁਰੂ ਦਾ ਜਸ ਕਰਦਾ ਹੈ। ਜਿਹੋ ਜਿਹਾ ਗੁਣ ਮੇਰੇ ਪਾਤਸ਼ਾਹ ਨੇ ਕਿਸੇ ਨੂੰ ਦਾਤ ਵਿੱਚ ਦਿੱਤਾ ਹੋਇਆ ਹੈ, ਹਰ ਇੱਕ ਗੁਰਸਿੱਖ ਪਿਆਰਾ ਜਿਹੜਾ ਹੈ ਉਹ ਆਪਣੇ ਤਰੀਕੇ ਨਾਲ ਗੁਰੂ ਦਾ ਜਸ ਕਰਦਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਕਥਾ ਦੀ ਆਰੰਭਤਾ ਤੋਂ ਪਹਿਲਾਂ ਮਹਾਰਾਜ ਜੀ ਦੇ ਮੰਗਲ ਕੀਤੇ ਹਨ। ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਕਾ ਜਸ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਸਰਬੱਤ ਗੁਰਸਿੱਖ ਸੰਗਤਾਂ ਪ੍ਰੇਮ ਅਦਬ ਸਹਿਤ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੁਨੇ ਪੁਨੇ ਕਰ ਕਰ ਨਮੋ, ਪਦ ਪੰਕਜ ਗੁਰ ਕੀਰ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਦਾ ਭਾਈ ਸੰਤੋਖ ਸਿੰਘ ਜੀ ਮੰਗਲ ਕਰਦੇ ਹਨ। ਮੈਂ ਬਾਰ-ਬਾਰ ਆਪਣਾ ਸੀਸ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਬਲਾਂ ਤੇ ਰੱਖ ਕੇ ਨਮਸਕਾਰ ਕਰਦਾ ਹਾਂ। ਇੱਕ ਵਿਦਵਾਨ ਸੱਜਣ ਨੇ ਬੋਲ ਲਿਖੇ ਨੇ, ਸਿਰ ਉੱਪਰ ਵਜਨ ਚੁੱਕਿਆ ਹੋਵੇ, ਪੰਡ ਚੁੱਕੀ ਹੋਵੇ, ਕਹਿੰਦੇ ਜੇ ਸਿਰ ਨਵਾਈਏ ਤੇ ਪੰਡ ਧਰਤੀ ਤੇ ਡਿੱਗ ਪੈਂਦੀ ਹੈ। ਇਸੇ ਤਰ੍ਹਾਂ ਕਹਿੰਦੇ ਜਦੋਂ ਆਪਾਂ ਗੁਰੂ ਦੇ ਚਰਨਾਂ ਵਿੱਚ ਸੀਸ ਨਵਾਉਂਦੇ ਆ ਨਾ, ਜਿਹੜੀ ਪਾਪ ਦੀ ਪੋਟ ਸਿਰ ਤੇ ਰੱਖੀ ਹੈ, ਗੁਰੂ ਦੇ ਚਰਨਾਂ ਤੇ ਸੀਸ ਨਵਾਉਂਦੇ ਆ, ਉਹ ਪਾਪ ਦੀ ਜਿਹੜੀ ਪੋਟ ਹੁੰਦੀ, ਪੰਡ ਹੁੰਦੀ, ਉਹ ਡਿੱਗ ਪੈਂਦੀ ਹੈ। ਤਾਤੇ ਸੀਸ ਨਵਾਈ ਹੈ, ਲਗਾ ਨਾ ਜਮ ਕੀ ਚੋਟ। ਇਸ ਵਾਸਤੇ ਗੁਰੂ ਦੇ ਚਰਨਾਂ ਵਿੱਚ ਬਾਰੰਬਾਰ ਆਪਣਾ ਸੀਸ ਨਵਾਉਣਾ ਚਾਹੀਦਾ, ਜੰਮਾਂ ਦੀ ਚੋਟ ਨਹੀਂ ਲੱਗਦੀ। ਕਿਉਂਕਿ ਜਦੋਂ ਸੀਸ ਨਵਾਉਂਦੇ ਆ ਤੇ ਪਾਪ ਦੀ ਪੋਟ, ਪਾਪ ਦੀ ਪੰਡ ਡਿੱਗ ਪੈਂਦੀ ਹੈ, ਪਾਪ ਦੀ ਗਠੜੀ ਹੇਠਾਂ ਡਿੱਗ ਪੈਂਦੀ ਹੈ। ਕਵੀ ਜੀ ਕਹਿੰਦੇ ਮੈਂ ਬਾਰੰਬਾਰ ਗੁਰੂ ਸਾਹਿਬ ਦੇ ਚਰਨਾਂ ਦੇ ਉੱਪਰ ਨਮਸਕਾਰਾਂ ਕਰਦਾ ਹਾਂ। ਕਲਗੀਧਰ ਪਰ ਹਰ ਅਰਿਨ ਰਾਂਚ ਕਰੇ ਜਿਨ ਮੇਰ। ਕਲਗੀ ਨੂੰ ਧਾਰਨ ਕਰਨ ਵਾਲੇ ਨੀਲੇ ਦੇ ਸ਼ਾਹ ਸਵਾਰ ਸਰਬੰਸ ਦਾਨੀ, ਦੇਗਾ ਤੇਗਾ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ, ਜੋ ਵੈਰੀਆਂ ਦਾ ਨਾਸ਼ ਕਰਨ ਵਾਲੇ ਹਨ, ਦੁਸ਼ਟਾਂ ਦਾ ਘਾਤ ਕਰਨ ਵਾਲੇ ਨੇ।
ਜਿਵੇਂ ਸਰੀਰ ਵਿੱਚ ਕੋਈ ਅੰਗ ਖਰਾਬ ਹੋ ਜਾਏ ਨਾ, ਉਹਨੂੰ ਕੱਟਣਾ ਬੜਾ ਜ਼ਰੂਰੀ ਹੁੰਦਾ, ਨਹੀਂ ਤਾਂ ਸਾਰੇ ਅੰਗ ਗਾਲ ਦਿੰਦਾ। ਹੁਣ ਗੁਰੂ ਦਾ ਸ਼ਰੀਕ ਵੀ ਕੋਈ ਨਹੀਂ ਤੇ ਵੈਰੀ ਵੀ ਕੋਈ ਨਹੀਂ। ਗੁਰਬਾਣੀ ਕਹਿੰਦੀ ਹੈ ਨਾ, ਤਿਸ ਦਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ, ਨਾ ਉਹਦਾ ਸ਼ਰੀਕ ਹੈ ਕੋਈ, ਨਾ ਕੋਈ ਉਹਦਾ ਵੈਰੀ ਹੈ। ਫਿਰ ਕਿਹੜੇ ਵੈਰੀ ਸਨ ਜਿਨ੍ਹਾਂ ਦਾ ਨਾਸ਼ ਮੇਰੇ ਪਾਤਸ਼ਾਹ ਨੇ ਕੀਤਾ। ਜਿਵੇਂ ਸਰੀਰ ਦਾ ਕੋਈ ਅੰਗ ਖਰਾਬ ਹੋਣ ਲੱਗਦਾ ਤੇ ਡਾਕਟਰ ਕਹਿੰਦੇ ਆਪਰੇਸ਼ਨ ਕਰਕੇ ਕੱਟਣਾ ਪਏਗਾ, ਨਹੀਂ ਤਾਂ ਇਹ ਸਾਰੇ ਅੰਗਾਂ ਨੂੰ ਗਾਲ ਦੇਗਾ, ਇਹ ਬਿਮਾਰੀ ਵੱਧਦੀ ਜਾਏਗੀ। ਸਮਾਜ ਦਾ ਉਹ ਹਿੱਸਾ ਜਿਹੜੇ ਲੋਕ ਸਮਾਜ ਲਈ ਘਾਤਕ ਸਾਬਤ ਹੋ ਰਹੇ ਸਨ, ਸਮਾਜ ਵਿੱਚ ਪੈਦਾ ਹੋਏ ਜੀਵ ਜਿਨ੍ਹਾਂ ਦੇ ਅੰਦਰ ਨਫ਼ਰਤ ਦੀ ਜ਼ਹਿਰ ਵੱਧ ਰਹੀ ਸੀ, ਜਿਨ੍ਹਾਂ ਦਾ ਸੁਭਾਅ ਬਣ ਗਿਆ ਦੂਜਿਆਂ ਨੂੰ ਡੰਗਣਾ। ਸਭ ਤੋਂ ਜ਼ਹਿਰੀਲਾ ਸੱਪ ਮੰਨਿਆ ਜਾਂਦਾ, ਕਹਿੰਦੇ ਜੇ ਡੰਗ ਦੇਵੇ ਤੇ ਬੰਦਾ ਪਾਣੀ ਨਹੀਂ ਮੰਗਦਾ, ਉਹਦੇ ਜ਼ਹਿਰ ਸਰੀਰ ਨੂੰ ਚੜ੍ਹਦਿਆਂ ਸਾਰੀ ਸਰੀਰ ਬੰਦਾ ਤਿਆਗ ਜਾਂਦਾ। ਇੱਕ ਵਿਦਵਾਨ ਕਹਿੰਦਾ, ਜਿਹਨੇ 3.5 ਕਰੋੜ ਬੰਦੇ ਡੰਗੇ ਨੇ ਉਹ ਜ਼ਹਿਰੀਲਾ ਕਿ ਸੱਪ ਜ਼ਹਿਰੀਲਾ? ਸੱਪ ਤਾਂ ਨਹੀਂ ਨਾ ਜ਼ਿੰਦਗੀ ਵਿੱਚ 3.5 ਕਰੋੜ ਬੰਦੇ ਡੰਗਦਾ ਹੋਵੇਗਾ। ਇੱਕ ਵਾਰ ਸੱਪ ਡੰਗ ਦੇ ਤੇ ਘੱਟੋ ਘੱਟ 10-20 ਦਿਨ ਜ਼ਹਿਰ ਨਹੀਂ ਬਣਦਾ ਉਹਦਾ। ਤੇ ਇੱਕ ਬੰਦਾ ਇਦਾਂ ਦਾ ਸੰਸਾਰ ਵਿੱਚ ਪੈਦਾ ਹੋਇਆ ਜਿਹਨੇ ਕਿਤੇ ਕਿਸੇ ਨੇ 2.5 ਕਰੋੜ ਬੰਦਾ ਮਾਰਿਆ, ਕਿਸੇ 3.5 ਕਰੋੜ ਬੰਦਾ ਮਾਰਿਆ। ਤੇ ਕਹਿੰਦੇ ਹੁਣ ਸੱਪ ਜ਼ਹਿਰੀਲਾ ਹੋਇਆ ਕਿ ਬੰਦਾ ਜ਼ਹਿਰੀਲਾ ਹੋਇਆ? ਹਿੰਦੁਸਤਾਨ ਤੇ ਕਬਜ਼ਾ ਕਰਨ ਵਾਸਤੇ ਹਮਲਾਵਰ ਜਦੋਂ ਚੜ੍ਹ ਕੇ ਆਏ ਤੇ 9-9 ਘੰਟੇ ਦਿੱਲੀ ਵਿੱਚ ਬਹਿ ਕੇ ਕਤਲ ਕਰਾਇਆ ਉਹਨਾਂ ਨੇ। 80-80 ਹਜ਼ਾਰ 90-90 ਹਜ਼ਾਰ ਲੋਕਾਂ ਦਾ ਕਤਲ ਕੀਤਾ ਗਿਆ। ਗਹਿਰਾਈ ਨਾਲ ਵੇਖੀਏ ਵੀ ਮਨੁੱਖ ਜਿਹੜਾ ਜ਼ਹਿਰੀਲਾ ਹੈ ਕਿ ਸੱਪ ਜ਼ਹਿਰੀਲਾ ਹੈ, ਅਰਥਾਤ ਕਿ ਮਨੁੱਖ ਜਿਹੜਾ ਸੱਪ ਨਾਲੋਂ ਜ਼ਿਆਦਾ ਜ਼ਹਿਰੀਲਾ ਹੈ। ਤੇ ਜਦੋਂ ਫਿਰ ਇਹੋ ਜਿਹੇ ਮਨੁੱਖ ਸਮਾਜ ਵਿੱਚ ਪੈਦਾ ਹੁੰਦੇ ਨੇ ਜਿਨ੍ਹਾਂ ਦਾ ਕੰਮ ਹੀ ਜ਼ੁਲਮ ਕਰਨਾ ਹੁੰਦਾ ਹੈ, ਤੇ ਫਿਰ ਉਹਨਾਂ ਦਾ ਖਾਤਮਾ ਕਰਨਾ ਅਤੀ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਇਹ ਸਮਾਜ ਲਈ ਘਾਤਕ ਬਣ ਜਾਂਦੇ ਨੇ, ਇਹ ਦੂਜਿਆਂ ਦਾ ਵੀ ਨੁਕਸਾਨ ਕਰਦੇ ਨੇ। ਐਸੇ ਜਿਹੜੇ ਲੋਕ ਜਿਹੜੇ ਸਮਾਜ ਉੱਪਰ ਤਸੱਦਦ ਕਰ ਰਹੇ ਸਨ, ਜ਼ੁਲਮ ਕਰ ਰਹੇ ਸਨ, ਉਹਨਾਂ ਵੈਰੀਆਂ ਨੂੰ ਨਾਸ਼ ਕਰਨ ਵਾਲੇ ਨੇ ਮੇਰੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਰੰਚ ਕਰੇ ਜਿਨ ਮੇਰ, ਜਿਨ੍ਹਾਂ ਨੇ ਕਿਰਪਾ ਕਰਕੇ ਜਿਹੜੇ ਰੰਚਕ ਨਿਆਈ ਸਨ, ਤੁੱਛ ਮਾਤਰ ਸਨ, ਉਹਨਾਂ ਨੂੰ ਸ਼ਮੇਰ ਪਰਬਤ ਦੀ ਨਿਆਈ ਬਣਾ ਦਿੱਤਾ। ਤੇ ਭਾਈ ਰਤਨ ਸਿੰਘ ਭੰਗੂ ਇਸੇ ਕਰਕੇ ਲਿਖਦੇ ਨੇ ਕਿ ਜਿਨ੍ਹਾਂ ਦੇ ਕੁੱਲ ਵਿੱਚ, ਜਿਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਕਹਿੰਦੇ ਰਾਜ ਨਹੀਂ ਸੀ ਆਇਆ, ਜਿਨ੍ਹਾਂ ਨੇ ਕਦੇ ਰਾਜ ਨਹੀਂ ਸੀ ਮਾਣਿਆ, ਰਾਜ ਤਾਂ ਦੂਰ ਦੀ ਗੱਲ, ਚੌਧਰਤਾ ਨਹੀਂ ਸੀ ਮਿਲੀ ਜਿਨ੍ਹਾਂ ਨੂੰ, ਕਹਿੰਦੇ ਮੇਰੇ ਪਾਤਸ਼ਾਹ ਨੇ ਦਇਆ ਕਰਕੇ ਉਹਨਾਂ ਨੂੰ ਬਾਦਸ਼ਾਹੀਆਂ ਦੇ ਕਰਕੇ ਮਹਾਰਾਜ ਬਣਾ ਦਿੱਤਾ, ਪਾਤਸ਼ਾਹ ਉਹਨਾਂ ਨੂੰ ਬਣਾ ਦਿੱਤਾ। ਤੇ ਫਿਰ ਇਹ ਬਚਨ ਕਹਿ ਦਿੱਤਾ, ਦੇਊ ਇਨ ਗਰੀਬ ਸਿੱਖਣ ਕੋ ਪਾਤਸ਼ਾਹੀ, ਯਾਦ ਕਰਾਂਗੇ ਹਮਰੀ ਗੁਰਿਆਈ। ਫਿਰ ਸਤਿ ਸ੍ਰੀ ਅਕਾਲ। ਜਾ ਕੀ ਛੋਤ ਜਗਤ ਕੋ ਲਾਗੈ, ਤਾ ਪਰ ਤੂੰ ਹੀ ਢਰੈ, ਨੀਚ ਹੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਜਿਹੜੇ ਨੀਵੇਂ ਸਨ ਮੇਰੇ ਪਾਤਸ਼ਾਹ ਨੇ ਉਹਨਾਂ ਨੂੰ ਸੰਸਾਰ ਵਿੱਚ ਉੱਚਾ ਬਣਾ ਦਿੱਤਾ, ਉਹਨਾਂ ਨੂੰ ਬਾਦਸ਼ਾਹੀਆਂ ਬਖਸ਼ਿਸ਼ ਕਰ ਦਿੱਤੀਆਂ ਹਨ। ਰੰਚ ਕਰੇ ਜਿਨ ਮੇਰ, ਜਿਹੜੇ ਰੰਚਕ ਨਿਆਈ ਭਾਵ ਰੰਚ ਤੁੱਛ ਮਾਤਰ ਸਨ, ਮਹਾਰਾਜ ਨੇ ਦਇਆ ਕਰਕੇ ਉਹਨਾਂ ਨੂੰ ਸ਼ਮੇਰ ਪਰਬਤ ਦੀ ਨਿਆਈ ਉੱਚੇ ਬਣਾ ਦਿੱਤਾ ਹੈ। ਕਬਿਤ ਦੀਨ ਪ੍ਰਹਿਲਾਦ ਕੋ ਲਖਿਓ ਸੋ ਦੈਤ। ਸਾਧ ਸੰਗਤ ਜੀ, ਜਦੋਂ ਭਗਤ ਪ੍ਰਹਿਲਾਦ ਉੱਪਰ ਸੰਕਟ ਆਇਆ ਨਾ, ਹਰਨਾਕਸ਼ ਨੇ ਜਦੋਂ ਆਪਣੇ ਹੀ ਪੁੱਤਰ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ, ਦੇਖੋ ਅੰਦਰ ਦਾ ਜ਼ਹਿਰ ਕਿੱਦਾਂ ਦਾ ਹੁੰਦਾ, ਹੰਕਾਰ ਦਾ। ਪਿਓ ਆਪਣੇ ਪੁੱਤਰ ਨੂੰ ਮਾਰਨ ਤੱਕ ਤੋਲ ਆਇਆ। ਜਦੋਂ ਭਗਤ ਦੇ ਉੱਪਰ ਹਰਨਾਕਸ਼ ਨੇ ਕਹਿੰਦੇ ਤਸੱਦਦ ਕਰਕੇ ਦੁੱਖ ਦੇਣਾ ਸ਼ੁਰੂ ਕੀਤਾ, ਤੇ ਜਦੋਂ ਵਾਹਿਗੁਰੂ ਨੇ ਜਾਣਿਆ, ਦੇਨ ਪ੍ਰਹਿਲਾਦ, ਸੰਸਕ੍ਰਿਤ ਵਿੱਚ ਪ੍ਰਹਿਲਾਦ ਆਨੰਦ ਨੂੰ, ਪ੍ਰਸੰਨਤਾ ਨੂੰ ਕਹਿੰਦੇ ਨੇ। ਆਪਣੇ ਭਗਤ ਪ੍ਰਹਿਲਾਦ ਨੂੰ ਪ੍ਰਹਿਲਾਦ ਪ੍ਰਸੰਨਤਾ ਦੇਣ ਵਾਸਤੇ
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮਾਤ ਲੋਕ ਦੀ ਧਰਤੀ ਤੇ ਨਰ ਸਿੰਘ ਦਾ ਰੂਪ ਧਾਰਿਆ ਹੈ। ਦੈਂਤ ਕੇ ਬੇਦਾਰ ਬੇਕੋ ਰੂਪ ਨਰ ਸਿੰਘ ਕੋ। ਦੈਂਤ ਹਰਨਾਕਸ਼ ਨੂੰ ਮਾਰਨ ਵਾਸਤੇ ਨਰ ਸਿੰਘ ਦਾ ਰੂਪ ਧਾਰਿਆ। ਅੱਧਾ ਸਰੂਪ ਸ਼ੇਰ ਦਾ ਤੇ ਅੱਧਾ ਮਨੁੱਖ ਦਾ, ਕਿਉਂਕਿ ਹਰਨਾਕਸ਼ ਨੇ ਵੀ ਵਰ ਲਿਆ ਸੀ, ਨਾ ਦਿਨੇ ਮਰਾ ਨਾ ਰਾਤ ਮਰਾ, ਨਾ ਧਰਤੀ ਤੇ ਨਾ ਆਕਾਸ਼ ਤੇ, ਨਾ ਮਨੁੱਖ ਮਾਰੇ ਤੇ ਨਾ ਮੈਨੂੰ ਕੋਈ ਦੇਵਤਾ ਮਾਰੇ, ਨਾ ਸ਼ਸਤਰ ਨਾਲ ਨਾ ਅਸਤਰ ਨਾਲ। ਸਿਆਣਾ ਤਾਂ ਬੜਾ ਆਪਣੇ ਆਪ ਨੂੰ ਸਮਝਿਆ ਸੀ ਵੀ ਹੁਣ ਵਰ ਸਾਰੇ ਹੀ ਲੈ ਲਏ ਨੇ, ਹੁਣ ਕੌਣ ਮਾਰਨ ਵਾਲਾ ਜੰਮਿਆ। ਫਿਰ ਪਰਮੇਸ਼ਰ ਨੇ ਵਿਧੀ ਉਦਾਂ ਦੀ ਬਣਾ ਲਈ, ਨਰ ਸਿੰਘ ਦਾ ਰੂਪ ਧਾਰ ਕੇ ਆ ਗਏ, ਅੱਧੇ ਮਨੁੱਖ ਤੇ ਅੱਧੇ ਸ਼ੇਰ, ਨਾ ਉਹ ਪਸ਼ੂ ਵਿੱਚ ਨਾ ਉਹ ਮਨੁੱਖ ਦੇ ਵਿੱਚ। ਜਦੋਂ ਮਾਰਨ ਲੱਗੇ ਨਾ ਤੇ ਆ ਪੱਟ ਦੇ ਉੱਤੇ ਰੱਖ ਲਿਆ ਦਹਲੀਜ਼ ਦੇ ਵਿੱਚ, ਨਾ ਕਹਿੰਦੇ ਅੰਦਰ ਨਾ ਬਾਹਰ, ਨਾ ਪਸ਼ੂ ਨਾ ਮਨੁੱਖ। ਤੇ ਜਦੋਂ ਮਾਰਨ ਲੱਗੇ ਧੁੰਦ ਪਸਰ ਗਈ, ਹੱਥ ਦੇ ਜਿਹੜੇ ਨੂੰਹ ਸਨ ਨਾ ਇਹਨਾਂ ਦੇ ਨਾਲ ਹੀ ਕਹਿੰਦੇ ਹਰਨਾਕਸ਼ ਦਾ ਪੇਟ ਜਿਹੜਾ ਸੀ ਉਹ ਪਾੜ ਦਿੱਤਾ। ਹਰਨਾਕਸ਼ ਨਖੀ ਬਦਾਰਿਓ, ਨਖ ਨੋਹਾਂ ਦੇ ਨਾਲ ਹਰਨਾਕਸ਼ ਦਾ ਨਾਸ਼ ਕਰ ਦਿੱਤਾ ਤੇ ਆਪਣੇ ਭਗਤ ਦੀ ਲਾਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਰੱਖੀ। ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਦੁਸ਼ਟ ਹਰਨਾਕਸ਼ ਨੂੰ ਮਾਰ ਕੇ ਭਗਤ ਪ੍ਰਹਿਲਾਦ ਨੂੰ ਰਹਿਮਤਾਂ ਕਰਕੇ ਵਾਹਿਗੁਰੂ ਨੇ ਤਾਰ ਦਿੱਤਾ। ਹਾਰ ਦੇ ਬਲੀਨ ਕੋ ਜੋ ਹਾਰ ਲੈ ਬਲੀਨ ਕੋ। ਫਿਰ ਭਾਈ ਸਾਹਿਬ ਜੀ ਕਹਿੰਦੇ ਜਦੋਂ ਤ੍ਰੇਤਾ ਯੁੱਗ ਆਇਆ, ਤ੍ਰੇਤੇ ਯੁੱਗ ਵਿੱਚ ਸ੍ਰੀ ਰਾਮਚੰਦਰ ਜੀ ਆਏ, ਜਿਹੜਾ ਕਹਿੰਦੇ ਬਲੀਨ, ਬਲੀਨ ਕਹਿੰਦੇ ਨੇ ਬਾਲੀ ਨੂੰ, ਜਿਹੜਾ ਬਾਲੀ ਸੀ ਕਹਿੰਦੇ ਬਾਲੀ ਨੂੰ ਉਹਨਾਂ ਨੇ ਮਾਰਿਆ, ਹਰਾਇਆ ਉਹਨੂੰ, ਬਾਲੀ ਨੂੰ ਮਾਰਿਆ। ਫਿਰ ਬਾਲੀ ਦਾ ਜਿਹੜਾ ਭਰਾ ਸੀ ਨਾ ਜੋਹੀਰ ਲੈ ਬਲੀਨ ਕੋ, ਬਲੀਨ ਫਿਰ ਬਾਲੀ ਦਾ ਜਿਹੜਾ ਅੱਗੋਂ ਭਰਾ ਸੁਗਰੀਵ ਸੀ ਉਹਦੀ ਨਮਸਕਾਰ ਲੈ ਲਈ। ਸੁਗਰੀਵ ਭਗਤ ਸੀ, ਬਾਲੀ ਨੂੰ ਉਹਨਾਂ ਨੇ ਮਾਰ ਦਿੱਤਾ, ਸਜ਼ਾ ਦਿੱਤੀ, ਤੇ ਸੁਗਰੀਵ ਜਿਹੜਾ ਸੀ ਉਹਦੀ ਨਮਸਕਾਰ ਕਬੂਲ ਕਰ ਲਈ ਹੈ। ਹਤਨ ਲੰਕ ਪਤੀ ਰਨ ਰਾਮ ਨਰ ਸਿੰਘ ਕੋ। ਲੰਕਾ ਦਾ ਜਿਹੜਾ ਪਤੀ ਰਾਵਣ ਸੀ ਉਹਨੂੰ ਮੈਦਾਨੇ ਜੰਗ ਵਿੱਚ ਮਾਰਨ ਵਾਸਤੇ ਕਹਿੰਦੇ ਨਰ ਸਿੰਘ ਦਾ ਹੀ ਰੂਪ ਹੋ ਗਏ। ਉਹਨੂੰ ਖਤਮ ਕਰਨ ਵਾਸਤੇ, ਇੱਕ ਹੰਕਾਰੀ ਨੂੰ ਮਿਟਾਉਣ ਵਾਸਤੇ, ਜਾਣੋ ਵੀ ਜਿਵੇਂ ਉੱਥੇ ਵੀ ਨਰ ਸਿੰਘ ਦਾ ਹੀ ਰੂਪ ਧਾਰਨ ਕਰ ਲਿਆ। ਜੋ ਤਾਂ ਉਹੀ ਸੀ ਨਾ ਵਰਤ ਰਹੀ ਸੀ, ਜੋ ਨਰ ਸਿੰਘ ਦੇ ਰੂਪ ਦੇ ਵਿੱਚ ਵਰਤੀ, ਉਹੀ ਜੋ ਤ੍ਰੇਤੇ ਯੁੱਗ ਵਿੱਚ ਸ੍ਰੀ ਰਾਮਚੰਦਰ ਦੇ ਰੂਪ ਦੇ ਵਿੱਚ ਵਰਤ ਗਈ। ਤੇ ਕਵੀ ਜੀ ਕਹਿੰਦੇ ਇਸ ਤਰ੍ਹਾਂ ਫਿਰ ਰਾਵਣ ਨੂੰ ਮਾਰਨ ਵਾਸਤੇ ਮੈਦਾਨੇ ਜੰਗ ਦੇ ਅੰਦਰ ਉੱਥੇ ਵੀ ਨਰ ਸਿੰਘ ਰੂਪ ਹੋ ਕੇ, ਹੁਣ ਨਰ ਸਿੰਘ ਦਾ ਇੱਥੇ ਭਾਵ ਜੋ ਨਰ ਸੀ, ਜਾਮਾ ਜਿਹੜਾ ਸੀ ਉਹ ਤਾਂ ਮਨੁੱਖਤਾ ਦਾ ਸੀ ਨਾ, ਮਨੁੱਖ ਜਾਮੇ ਦੇ ਵਿੱਚ ਸ਼ੇਰ ਦੇ ਵਾਂਗੂ ਕਹਿੰਦੇ ਮੈਦਾਨੇ ਜੰਗ ਵਿੱਚ ਰਾਵਣ ਨੂੰ ਮਾਰਨ ਵਾਸਤੇ ਵਿਚਰਦੇ ਹਨ। ਕੁਪਿਤ ਕੁਪਤ ਪੁਰ ਕਰੇ ਹੈ ਕੁਪਤ ਕੂਟ। ਫਿਰ ਕਵੀ ਜੀ ਕਹਿੰਦੇ ਨੇ ਜਿਹੜੇ ਗੁੱਸੇ ਹੋਏ ਕੌਰਵ ਸਨ, ਦੁਰਯੋਧਨ ਵਰਗੇ, ਜਿਨ੍ਹਾਂ ਅੰਦਰ ਬੜਾ ਕ੍ਰੋਧ ਸੀਗਾ, ਤੇ ਉਹਨਾਂ ਨੂੰ ਫਿਰ ਮੈਦਾਨੇ ਜੰਗ ਦੇ ਵਿੱਚ ਕਹਿੰਦੇ ਹਾਰ ਦਿੱਤੀ। ਕਿਹਨਾਂ ਨੇ? ਸ੍ਰੀ ਕ੍ਰਿਸ਼ਨ ਜੀ ਨੇ। ਦੁਆਪਰ ਯੁੱਗ ਆਇਆ ਤੇ ਕ੍ਰਿਸ਼ਨ ਜੀ ਮਾਤ ਲੋਕ ਦੀ ਧਰਤੀ ਤੇ ਆਏ। ਫਿਰ ਇੱਕ ਪਾਸੇ ਜਿਹੜੇ ਕੌਰਵ ਸਨ ਉਹਨਾਂ ਨੂੰ ਹਾਰ ਦਿੱਤੀ ਜੰਗ ਦੇ ਅੰਦਰ, ਤੇ ਦੂਜੇ ਪਾਸੇ ਫਿਰ ਸਾਧ ਸੰਗਤ ਕਹਿੰਦੇ ਜਿਹੜੇ ਕੰਸ ਵਰਗੇ ਝੂਠੇ ਸਨ, ਉਹਨਾਂ ਕੂੜਿਆਰਾਂ ਨੂੰ ਕਹਿੰਦੇ ਬੇਇੱਜ਼ਤ ਕੀਤਾ, ਕੰਸ ਵਰਗਿਆਂ ਦਾ ਨਾਸ਼ ਕੀਤਾ ਹੈ। ਹੀਰ ਹਰ ਹਰ ਰੇ ਜੋ ਹੀਰ ਮ੍ਰਿਗ ਸਿੰਘ ਕੋ। ਕਵੀ ਜੀ ਕਹਿੰਦੇ ਜਿਵੇਂ ਸ਼ੇਰ ਨੂੰ ਵੇਖ ਕੇ ਹਰਨ ਠਠੰਬਰ ਜਾਂਦਾ ਨਾ, ਦੱਬ ਕੇ ਚੱਲਦਾ, ਇਸੇ ਤਰ੍ਹਾਂ ਕਹਿੰਦੇ ਭਾਵੇਂ ਕੌਰਵ ਸਨ ਤੇ ਭਾਵੇਂ ਕੰਸ ਵਰਗੇ ਜਰਾਸੰਧ ਵਰਗੇ ਸਨ, ਉਹ ਵੀ ਕਹਿੰਦੇ ਸ੍ਰੀ ਕ੍ਰਿਸ਼ਨ ਜੀ ਨੂੰ ਵੇਖ ਵੇਖ ਕੇ ਅੰਦਰੋਂ ਕਹਿੰਦੇ ਘਬਰਾਉਂਦੇ ਨੇ, ਅੰਦਰੋਂ ਡਰਦੇ ਨੇ, ਉਹਨਾਂ ਦਾ ਭੈ ਜਿਹੜਾ ਹਿਰਦੇ ਵਿੱਚ ਰੱਖਦੇ ਹਨ। ਤੈਸੇ ਤੇਜ ਤਾਰ ਤੇ ਤੁਰਕ ਤਰੁ ਤੋਰਨ ਕੋ। ਇਸੇ ਤਰ੍ਹਾਂ ਕਹਿੰਦੇ ਫਿਰ ਜਦੋਂ ਕਲਯੁਗ ਦਾ ਸਮਾਂ ਆਇਆ ਨਾ, ਇਹਨਾਂ ਅਵਤਾਰੀ ਪੁਰਸ਼ਾਂ ਦੇ ਨਾਲੋਂ ਵਧੇਕ ਤੇਜ ਪ੍ਰਤਾਪ ਧਾਰਨ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ। ਕਿਉਂਕਿ ਕਲਯੁਗ ਦੇ ਵਿੱਚ ਵੀ ਰਾਵਣ ਪੈਦਾ ਹੋ ਗਏ। ਇੱਕ ਯੁੱਗ ਸੀ ਨਾ ਜਿਹਦੇ ਵਿੱਚ ਇੱਕ ਰਾਵਣ ਹੋਇਆ, ਇੱਕ ਯੁੱਗ ਵਿੱਚ ਇੱਕ ਹਰਨਾਕਸ਼ ਪੈਦਾ ਹੋਇਆ, ਇੱਕ ਯੁੱਗ ਵਿੱਚ ਇੱਕ ਕੰਸ ਪੈਦਾ ਹੋਇਆ। ਕਲਯੁਗ ਵਿੱਚ ਤਾਂ ਸਾਰੇ ਹੀ ਆ ਗਏ ਸਨ ਇਕੱਠੇ ਹੋ ਕੇ, ਸਾਰਿਆਂ ਦਾ ਹੀ ਅਵਤਾਰ ਹੋ ਗਿਆ ਸੀ, ਸਾਰੇ ਹੀ ਪ੍ਰਗਟ ਹੋ ਗਏ ਸਨ। ਫਿਰ ਉਹਨਾਂ ਸਾਰਿਆਂ ਨੂੰ ਮਾਰਨ ਵਾਸਤੇ ਫਿਰ ਬਲੀ ਇਹੋ ਜਿਹਾ ਹੀ ਚਾਹੀਦਾ ਸੀ
ਜਿਹਦੇ ਅੰਦਰ ਸਮੱਗਰ ਤਾਕਤ ਹੁੰਦੀ, ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਫਿਰ ਜਿਹੜਾ ਸਰਬ ਸ਼ਕਤੀ ਦਾ ਮਾਲਕ ਹੋ ਕੇ ਸਮਰੱਥ ਗੁਰੂ ਇਸ ਮਾਤ ਲੋਕ ਦੀ ਧਰਤੀ ਤੇ ਆਏ ਤੇ ਕਹਿੰਦੇ ਹਨ ਜਿਹੜੇ ਤੁਰਕ ਨੇ ਨਾ, ਇਹ ਤੁਰਕ ਕਿਸ ਤਰ੍ਹਾਂ ਨੇ, ਜਿਵੇਂ ਕਹਿੰਦੇ ਦਰਖਤ ਹੋਵੇ। ਇਹਨਾਂ ਤੁਰਕਾਂ ਰੂਪੀ ਦਰਖਤ ਨੂੰ ਤੋੜਨ ਵਾਸਤੇ, ਭੰਨਣ ਵਾਸਤੇ, ਇਹਨਾਂ ਦਾ ਤੇਜ ਪ੍ਰਤਾਪ ਨਸ਼ਟ ਕਰਨ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪੁਰਾਤਨ ਅਵਤਾਰੀ ਪੁਰਸ਼ਾਂ ਨਾਲੋਂ ਵਧੇਕ ਤੇਜ ਪ੍ਰਤਾਪ ਧਾਰਨ ਕਰਕੇ ਜਗ ਮੈਂ ਜਨਮ ਪਇਓ ਸ਼੍ਰੀ ਗੋਬਿੰਦ ਸਿੰਘ ਕੋ। ਇਸ ਜਗਤ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ, ਖਾਲਸੇ ਪੰਥ ਨੂੰ ਪ੍ਰਗਟ ਕਰਨ ਵਾਸਤੇ, ਤੁਰਕਾਂ ਦੀਆਂ ਜੜ੍ਹਾਂ ਉਖੇੜਨ ਵਾਸਤੇ ਮਹਾਰਾਜ ਕਲਗੀਧਰ ਜੀ ਮਾਤ ਲੋਕ ਦੀ ਧਰਤੀ ਤੇ ਆਏ ਹਨ। ਸਵਈਆ ਰਸ ਬੀਰ ਪਰੇ ਜਨ ਧੀਰ ਕਰੇ, ਬਹੁ ਪੀਰ ਹਾਰੇ ਪਾਵ ਫੰਦਨ ਕੇ। ਕਵੀ ਜੀ ਕਹਿੰਦੇ ਜਿਹੜੇ ਵੀਰ ਰਸ ਨਾਲ ਅੰਦਰੋਂ ਭਰੇ ਹੋਏ ਨੇ, ਡੁੱਲ ਡੁੱਲ ਪੈਂਦਾ ਵੀਰ ਰਸ ਜਿਨ੍ਹਾਂ ਦੇ ਵਿੱਚੋਂ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜਨ ਧੀਰ ਕਰੇ। ਫਿਰ ਜਿਹੜੇ ਆਪਣੇ ਜਨਾਂ ਨੂੰ, ਆਪਣੇ ਪਿਆਰਿਆਂ ਨੂੰ ਧੀਰਜ ਦੀ ਦਾਤ ਬਖਸ਼ਿਸ਼ ਕਰਨ ਵਾਲੇ ਨੇ। ਬਹਾਦਰ ਸ਼ਾਹ ਹੈ ਨਾ, ਜਦੋਂ ਔਰੰਗਜ਼ੇਬ ਨੇ ਆਖਿਆ ਵੀ ਇਹੋ ਜਿਹਾ ਰੋਸ਼ਨ ਦਿਮਾਗ ਇਨਸਾਨ ਮੁਸਲਮਾਨ ਹੋਣਾ ਚਾਹੀਦਾ, ਇਹਨੂੰ ਮੁਸਲਮਾਨ ਆਪਾਂ ਬਣਾ ਲੈਣਾ, ਤੇ ਬਹਾਦਰ ਸ਼ਾਹ ਪੜ੍ਹਦਾ ਹੁੰਦਾ ਸੀ, ਛੋਟਾ ਹੁੰਦਾ, ਆਖਿਆ ਵੀ ਭਾਈ ਸਾਹਿਬ ਚਲੇ ਜਾਓ, ਤੁਹਾਡਾ ਧਰਮ ਤਬਦੀਲ ਹੋ ਜਾਣਾ। ਕਹਿੰਦੇ ਕਿੱਥੇ ਜਾਵਾਂ? ਜਿੱਥੇ ਜਾਣਾ ਤੇਰੇ ਪਿਤਾ ਦਾ ਰਾਜ, ਤੇਰੇ ਪਿਤਾ ਦਾ ਹੁਕਮ। ਕਹਿੰਦੇ ਇੱਕੋ ਹੀ ਜਗ੍ਹਾ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਬਾਰ, ਜਿੱਥੇ ਮੇਰੇ ਪਿਤਾ ਦਾ ਹੁਕਮ ਨਹੀਂ ਚੱਲਦਾ ਉੱਥੇ ਚਲੇ ਜਾਓ। ਤੇ ਭਾਈ ਨੰਦ ਲਾਲ ਜੀ ਮਹਾਰਾਜ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਦੇ ਵਿੱਚ ਆਏ ਤੇ ਉੱਥੇ ਗੁਰਦੇਵ ਨੇ ਧੀਰਜ ਦਿੱਤਾ। ਆਪਣੇ ਚਰਨਾਂ ਦਾ ਓਟ ਆਸਰਾ ਧਾਰਨ ਮਹਾਰਾਜ ਨੇ ਕਰਵਾਇਆ ਵੀ ਇੱਥੇ ਕਿਸੇ ਤਰ੍ਹਾਂ ਦਾ ਭੈ ਨਹੀਂ। ਸਤਿ ਸ੍ਰੀ ਅਕਾਲ। ਇੱਥੇ ਭੈ ਰੱਖਣ ਦੀ ਲੋੜ ਨਹੀਂ, ਇੱਥੇ ਡਰ ਰੱਖਣ ਦੀ ਲੋੜ ਨਹੀਂ। ਇਸ ਤਰ੍ਹਾਂ ਮਹਾਰਾਜ ਆਪਣੇ ਪਿਆਰਿਆਂ ਨੂੰ ਧੀਰਜ ਦੀ ਦਾਤ ਬਖਸ਼ਦੇ। ਬਹੁ ਪੀਰ ਹਰੇ, ਆਪਣੇ ਪਿਆਰਿਆਂ ਦੀ ਜਿਹੜੀ ਪੀੜਾ ਉਹਨੂੰ ਹਰਦੇ ਨੇ, ਜਨਮ ਮਰਨ ਦਾ ਦੁੱਖ ਮਿਟਾ ਦਿੰਦੇ ਨੇ। ਦੁੱਖ ਤਾਂ ਕਈ ਪ੍ਰਕਾਰ ਦੇ ਨੇ, ਕਿਸੇ ਨੂੰ ਮਾਨਸਿਕ ਰੋਗ, ਕਿਸੇ ਨੂੰ ਤਨ ਦਾ ਰੋਗ ਹੈ, ਕਿਸੇ ਨੂੰ ਜਨਮ ਤੇ ਮਰਨ ਤੋਂ ਭੈ ਹੈ, ਤੇ ਮਹਾਰਾਜ ਦਇਆ ਕਰਕੇ ਸਭ ਦੀਆਂ ਪੀੜਾਂ ਨੂੰ ਹਰਨ ਵਾਲੇ ਭਵ ਫੰਦਨ ਕੇ। ਇਸੇ ਤਰ੍ਹਾਂ ਜਗਤ ਦੇ ਜਿਹੜੇ ਫੰਦ ਬੰਧਨ ਹਨ ਉਹਨਾਂ ਨੂੰ ਵੀ ਨਾਸ਼ ਕਰਦੇ ਹਨ। ਸੁਖ ਮੂਲ ਪਾਲੇ ਅਨਕੂਲ ਟਾਲੇ, ਰਿਪਸੂਲ ਮਿਲੇ ਅਗ ਕੰਦਨ ਕੇ। ਕਵੀ ਜੀ ਕਹਿੰਦੇ ਮਹਾਰਾਜ ਸੁੱਖਾਂ ਦੀ ਮੂਲ ਨੇ, ਸਰਬ ਸੁੱਖ ਹੀ ਉਹਨਾਂ ਦੇ ਚਰਨਾਂ ਦੇ ਵਿੱਚੋਂ ਪ੍ਰਾਪਤ ਹੁੰਦੇ ਨੇ। ਜਿਹੜਾ ਗੁਰੂ ਕਲਗੀਧਰ ਜੀ ਦਾ ਦਰ ਛੱਡ ਕੇ ਕਿਤੇ ਹੋਰ ਭਟਕੇਗਾ ਉਹਨੂੰ ਨਹੀਂ ਕੁਛ ਮਿਲਣਾ। ਜਿੱਥੋਂ ਸਾਰੇ ਸੁੱਖ ਮਿਲਦੇ ਹੋਵਣ ਤੇ ਜੇ ਉਹ ਦਰ ਛੱਡ ਕੇ ਆਪਾਂ ਕਿਤੇ ਹੋਰ ਭਟਕਦੇ ਫਿਰੀਏ ਤੇ ਫਿਰ ਕਿਵੇਂ ਸੁੱਖ ਮਿਲਦਾ? ਜੇ ਗੁਰੂ ਕਾ ਸਿੱਖ, ਜਿਹਨੂੰ ਮਹਾਰਾਜ ਆਪ ਕਹਿੰਦੇ ਹੋਵਣ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ। ਜੇ ਮਹਾਰਾਜ ਕਲਗੀਧਰ ਜੀ ਦਾ ਸਿੱਖ ਹੀ ਗੁਰੂ ਕਾ ਦਰ ਛੱਡ ਕੇ ਅੰਮ੍ਰਿਤ ਛਕ ਕੇ ਫਿਰ ਮੱਠਾਂ ਨੂੰ, ਕਬਰਾਂ ਨੂੰ ਜਾ ਕੇ ਮੰਨੇਗਾ ਤੇ ਫਿਰ ਕਿੱਥੋਂ ਸੁੱਖ ਮਿਲੇਗਾ? ਕਿਉਂਕਿ ਸੁੱਖਾਂ ਦੇ ਮੂਲ ਤਾਂ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਨਾ। ਸਰਬ ਸੁੱਖ ਇਹਨਾਂ ਦੇ ਚਰਨਾਂ ਵਿੱਚੋਂ ਮਿਲਣੇ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾ ਹਿਨ ਕੋਏ। ਸਾਰੇ ਸੁੱਖਾਂ ਦੇ ਦਾਤੇ ਗੁਰਦੇਵ ਪਰਮੇਸ਼ਰ ਅਕਾਲ ਪੁਰਖ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਤੇ ਜਿਨ੍ਹਾਂ ਨੇ ਫਿਰ ਇਹਨਾਂ ਦਾ ਦਰ ਛੱਡ ਦਿੱਤਾ ਉਹਨਾਂ ਨੂੰ ਕਦਾਚਿਤ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਵੀ ਜੀ ਕਹਿੰਦੇ ਮੇਰੇ ਪਾਤਸ਼ਾਹ ਸੁੱਖਾਂ ਦੀ ਮੂਲ, ਸੁੱਖਾਂ ਦੀ ਜੜ ਅਨੁਕੂਲ ਢਲੇ। ਤੇ ਜਿਹੜੇ ਮਹਾਰਾਜ ਦੇ ਅਨੁਕੂਲ ਹੋ ਕੇ ਢਲ ਜਾਂਦੇ ਨੇ, ਗੁਰੂ ਸਾਹਿਬ ਦੇ ਅਨੁਸਾਰੀ ਹੋ ਕੇ ਚੱਲਦੇ ਨੇ, ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਸਾਹਿਬ ਦੇ ਅਨੁਸਾਰ ਬਤੀਤ ਕੀਤਾ, ਉਹਨਾਂ ਨੂੰ ਸਾਰੇ ਸੁੱਖ ਮਿਲਦੇ ਨੇ। ਇਹਦਾ ਦੂਜਾ ਭਾਵ ਇੱਕ ਹੋਰ ਬੜਾ ਸੁੰਦਰ ਅਰਥ ਹੈ, ਅਨੁਕੂਲ ਢਲੇ। ਜਿਹੜੇ ਮਹਾਰਾਜ ਨਾਲ ਪ੍ਰੀਤ ਕਰਦੇ ਨੇ ਨਾ, ਗੁਰੂ ਸਾਹਿਬ ਨਾਲ ਪ੍ਰੇਮ ਕਰਦੇ ਨੇ, ਮਹਾਰਾਜ ਫਿਰ ਉਹਨਾਂ ਪਿਆਰਿਆਂ ਦੇ ਅਨੁਸਾਰ ਢਲ ਜਾਂਦੇ ਨੇ।
ਜਦੋਂ ਕੋਈ ਗੁਰੂ ਨਾਲ ਪ੍ਰੀਤ ਕਰਦਾ ਹੈ, ਫਿਰ ਜੋ ਸਿੱਖ ਚਾਹੁੰਦਾ ਫਿਰ ਉਹੀ ਕਲਾ ਵਰਤਾਈ ਜਾਂਦੇ ਨੇ। ਜਿਵੇਂ ਸਿੱਖ ਦੀ ਭਾਵਨਾ ਹੁੰਦੀ ਉਹਨੂੰ ਹੀ ਰੰਗ ਲਾਈ ਜਾਂਦੇ ਨੇ। ਇੱਕ ਪਾਸੇ ਸਿੱਖ ਅਨੁਕੂਲ ਹੋ ਗਿਆ ਗੁਰੂ ਸਾਹਿਬ ਦੇ, ਉਹਨੇ ਆਪਣਾ ਜੀਵਨ ਢਾਲ ਲਿਆ ਗੁਰੂ ਸਾਹਿਬ ਦੇ ਅਨੁਸਾਰ, ਤੇ ਦੂਜੇ ਪਾਸੇ ਫਿਰ ਗੁਰੂ ਸਾਹਿਬ ਵੀ ਢਲ ਗਏ, ਆਪਣੇ ਸਿੱਖ ਦੇ ਉੱਪਰ ਪਸੀਜ ਗਏ, ਮਹਾਰਾਜ ਖੁਸ਼ ਹੋ ਗਏ। ਜੇ ਲੋੜ ਪਈ ਤੇ ਗੁਰੂ ਹਰਿਰਾਏ ਸਾਹਿਬ ਜੀ ਨੇ ਘੋੜੇ ਦੀ ਕਾਠੀ ਤੇ ਬਹਿ ਕੇ ਮਾਤਾ ਦੇ ਹੱਥੋਂ ਪ੍ਰਸ਼ਾਦਾ ਲੈ ਕੇ ਛਕ ਲਿਆ, ਤੇ ਅਗਲੇ ਦਿਨ ਸਿੱਖਾਂ ਨੇ ਪ੍ਰਸ਼ਾਦਾ ਨਾਲ ਲੈ ਲਿਆ ਵੀ ਭੁੱਖ ਲੱਗ ਗਈ ਮਹਾਰਾਜ ਨੂੰ। ਤੇ ਜਦੋਂ ਦੁਪਹਿਰਾ ਹੋ ਗਿਆ, ਸ਼ਿਕਾਰ ਖੇਡਦੇ ਆ, ਮਹਾਰਾਜ ਨੇ ਅੱਜ ਲੰਗਰ ਨਾ ਮੰਗਿਆ, ਕਹਿੰਦੇ ਪਾਤਸ਼ਾਹ ਲੰਗਰ ਨਹੀਂ ਛਕਣਾ। ਗੁਰੂ ਸਾਹਿਬ ਜੀ ਕਹਿਣ ਲੱਗੇ ਲੰਗਰ ਛਕਣ ਦਾ ਸਮਾਂ, ਪਾਤਸ਼ਾਹ ਫਿਰ ਕੱਲ ਵੀ ਤਾਂ ਛਕਿਆ ਹੀ ਸੀਗਾ, ਲੰਗਰ ਛਕ ਕੇ ਹੀ ਹਲੇ ਸ਼ਿਕਾਰ ਨੂੰ ਚੜ੍ਹੇ ਸੌਂ, ਤੇ ਉਹ ਬਜ਼ੁਰਗ ਮਾਤਾ ਦੇ ਹੱਥੋਂ ਲੰਗਰ ਲੈ ਕੇ ਛਕ ਲਿਆ। ਮਹਾਰਾਜ ਕਹਿੰਦੇ ਅਸਲ ਵਿੱਚ ਉਹਦੇ ਅੰਦਰ ਦਾ ਪ੍ਰੇਮ ਬੜਾ ਸੀ, ਮੈਂ ਉਹਦੇ ਪ੍ਰੇਮ ਦੇ ਵਸ ਹੋ ਕੇ ਉਹਦੇ ਹੱਥੋਂ ਲੰਗਰ ਛਕਿਆ। ਅਰਥਾਤ ਕਿ ਜਦੋਂ ਸਿੱਖ ਢਲ ਜਾਂਦਾ ਨਾ ਗੁਰੂ ਸਾਹਿਬ ਦੇ ਅਨੁਸਾਰ, ਪ੍ਰੇਮੀ ਬਣ ਜਾਂਦਾ, ਉਦੋਂ ਫਿਰ ਗੁਰੂ ਸਾਹਿਬ ਵੀ ਢਲ ਜਾਂਦੇ ਨੇ, ਫਿਰ ਸਿੱਖ ਦੇ ਅਨੁਕੂਲ ਹੋ ਜਾਂਦੇ ਨੇ। ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾ ਕੈ ਵਸ ਭਗਤਾ ਤਾਣ ਤੇਰਾ। ਸਾਰਾ ਸੰਸਾਰ ਤੇਰੇ ਵਸ, ਤੁਸੀਂ ਭਗਤਾਂ ਦੇ ਅਨੁਕੂਲ ਹੋ, ਆਪਣੇ ਭਗਤਾਂ ਦੇ ਵਸ ਵਿੱਚ ਹੋ। ਫਿਰ ਇਸੇ ਪ੍ਰਕਾਰ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਭਾਰੀ ਦੁੱਖ ਦੀ ਪ੍ਰਾਪਤੀ ਹੁੰਦੀ ਹੈ, ਉਹ ਪੀੜਤ ਹੁੰਦੇ ਨੇ। ਕਿਉਂ? ਜਦੋਂ ਗੁਰੂ ਸਾਹਿਬ ਦੀ ਚੜ੍ਹਤ ਵੇਖਦੇ ਨੇ ਨਾ, ਨਗਾਰੇ ਵੱਜਦੇ ਨੇ, ਫੌਜਾਂ ਚੜ੍ਹਦੀਆਂ ਨੇ, ਜਕਾਰੇ ਗੂੰਜਦੇ ਨੇ, ਤੇ ਮਹਾਰਾਜ ਦੀ ਚੜ੍ਹਤ ਨੂੰ ਵੇਖ ਵੇਖ ਕੇ ਭੀਮ ਚੰਦ ਜਹੇ ਕਾਣੇ ਫਿਰ ਆਪਣੇ ਆਪ ਹੀ ਸੜਨ ਲੱਗ ਪੈਂਦੇ ਨੇ, ਉਹਨਾਂ ਦਾ ਹਿਰਦਾ ਅੰਦਰੋਂ ਜਰਨ ਲੱਗ ਪੈਂਦਾ ਹੈ। ਤੇ ਅਗਨੰਦਨ ਕੇ ਜਿਹੜੇ ਪਾਪ ਨੇ ਉਹਨਾਂ ਪਾਪਾਂ ਨੂੰ ਮਹਾਰਾਜ ਕੱਟਣ ਵਾਲੇ, ਨਸ਼ਟ ਕਰਨ ਵਾਲੇ ਹਨ। ਸਿੱਖ ਪਾਠ ਹੇਲੇ ਦੁਖ ਦੋਖ ਦਾਲੇ, ਕਰ ਕਾਜ ਚੱਲੇ ਸੋ ਆਨੰਦਨ ਕੇ। ਜਿਹੜੇ ਸਿੱਖ ਗੁਰੂ ਸਾਹਿਬ ਜੀ ਦੇ ਪਾਠ ਵਿੱਚ ਹਿਲ ਜਾਂਦੇ ਨੇ, ਅਰਥਾਤ ਕਿ ਜਿਹੜਾ ਸਿੱਖ ਬਾਣੀ ਪੜ੍ਹਨ ਦੇ ਵਿੱਚ ਜੁੜ ਜਾਂਦਾ ਹੈ, ਜਿਸ ਸਿੱਖ ਦਾ ਮਨ ਬਾਣੀ ਵਿੱਚ ਪਸੀਜ ਜਾਂਦਾ ਹੈ, ਫਿਰ ਉਹਨਾਂ ਦੇ ਸਾਰੇ ਦੁੱਖ ਮੇਰੇ ਪਾਤਸ਼ਾਹ ਦਲ ਦਿੰਦੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਿਨ੍ਹਾਂ ਨੇ ਭਾਉ ਪ੍ਰੇਮ ਨਾਲ ਗੁਰੂ ਕੀ ਸੱਚੀ ਬਾਣੀ ਨੂੰ ਸੁਣਿਆ, ਪੜ੍ਹਿਆ, ਵਿਚਾਰਿਆ, ਕਮਾਇਆ ਜੀਵਨ ਦੇ ਵਿੱਚ, ਉਹਨਾਂ ਦੇ ਦੁੱਖ ਰੋਗ ਸੰਤਾਪ ਮੇਰੇ ਪਾਤਸ਼ਾਹ ਨੇ ਉਤਾਰ ਦਿੱਤੇ, ਉਹਨਾਂ ਦਾ ਦੁੱਖ ਹੀ ਕੋਈ ਨਹੀਂ ਰਹਿਣ ਦਿੱਤਾ। ਕਰ ਕਾਜ ਚਲੇ, ਆਪਣੇ ਸੇਵਕਾਂ ਦੇ ਕਾਰਜ ਕਰਕੇ ਮਹਾਰਾਜ ਸੋ ਆਨੰਦਨ ਕੇ ਆਪਣੇ ਪਿਆਰਿਆਂ ਨੂੰ ਆਨੰਦਾਂ ਦੀ ਦਾਤ ਬਖਸ਼ਿਸ਼ ਕਰਦੇ ਨੇ, ਸੁਖ ਦਿੰਦੇ ਹਨ। ਅਤ ਮਿੱਤਰ ਪਵਿੱਤਰ ਬਚਿੱਤਰ ਚਰਿਤਰਤ, ਤੇਗ ਬਹਾਦਰ ਨੰਦਨ ਕੇ। ਅਤੀ ਹੀ ਪਿਆਰ ਵਾਲੇ, ਇੰਨਾ ਕੁ ਪਿਆਰ ਅੱਜ ਤਾਈਂ ਕਿਸੇ ਨੇ ਆਪਣਾ ਰੂਪ ਨਹੀਂ ਕਿਸੇ ਨੂੰ ਦਿੱਤਾ, ਤੇ ਮਹਾਰਾਜ ਨੇ ਆਪਣਾ ਰੂਪ ਹੀ ਖਾਲਸੇ ਨੂੰ ਦੇ ਦਿੱਤਾ, ਆਪਣਾ ਆਪ ਹੀ ਦੇ ਦਿੱਤਾ। ਕਹਿ ਦਿੱਤਾ ਵੀ ਦਾਨ ਵੀ ਦਿੱਤਾ ਇਹਨਾਂ ਦੀ ਕਿਰਪਾ ਨਾਲ, ਮੇਰਾ ਘਰ ਵੀ ਭਰਿਆ ਇਹਨਾਂ ਦੀ ਕਿਰਪਾ ਨਾਲ, ਜੰਗ ਵੀ ਜਿੱਤਿਆ ਇਹਨਾਂ ਦੀ ਕਿਰਪਾ ਦੇ ਨਾਲ। ਤੇ ਫਿਰ ਇਸ ਦੁਨੀਆ ਦੇ ਅੰਦਰ ਮਹਾਰਾਜ ਕਹਿੰਦੇ ਮੇਰੇ ਜਾਏ ਕਰੋੜਾਂ ਹੀ ਗਰੀਬ ਪਏ ਹੋਏ ਨੇ, ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ। ਇਹਨਾਂ ਦੀ ਕਿਰਪਾ ਨਾਲ ਹੀ ਮੈਂ ਸਜਿਆ। ਕਿੰਨਾ ਕੁ ਪਿਆਰ ਹੋਵੇਗਾ ਖਾਲਸੇ ਦੇ ਨਾਲ। ਕਹਿੰਦੇ ਖਾਲਸਾ ਮੇਰੋ ਜਾਨ ਕੀ ਜਾਨ, ਮੇਰਾ ਖਾਲਸਾ ਹੈ ਮੇਰੀ ਜਾਨ ਦੀ ਜਾਨ ਹੈ। ਇੰਨਾ ਪਿਆਰ ਆਪਣੇ ਪਿਆਰਿਆਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਦਾ। ਅਤੀ ਪਿਆਰ ਕਰਨ ਵਾਲੇ ਮਿੱਤਰ, ਪਵਿੱਤਰ ਹਸਤੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਜਿਨ੍ਹਾਂ ਦੇ ਚਰਿੱਤਰ, ਜਿਨ੍ਹਾਂ ਦੇ ਕੌਤਕ ਬੜੇ ਬਚਿੱਤਰ ਹਨ। ਐਸੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸੁਪੁੱਤਰ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜੋ ਆਪਣੇ ਪਿਆਰਿਆਂ ਦੇ ਉੱਪਰ ਰਹਿਮਤਾਂ ਕਰਦੇ ਹਨ। ਸਵਈਆ ਥਿਤ ਦਾ ਚਿਤ ਕੀ, ਨਿਤ ਦਾ ਬਿਤ ਕੀ, ਹਿਤ ਦਾ ਕਿਤ ਕੀ, ਸੁਨ ਹੰਤ ਜਾਰੀ। ਹੁਣ ਕਵੀ ਜੀ ਸਤਿਗੁਰਾਂ ਦੀ ਕਥਾ ਦਾ ਮੰਗਲ ਕਰਦੇ ਨੇ, ਕਥਾ ਦੀ ਮਹਿਮਾ ਦੱਸਦੇ ਨੇ। ਸਾਡਾ ਜਿਹੜਾ ਚਿੱਤ ਹੈ, ਇਸ ਚਿੱਤ ਨੂੰ ਗੁਰੂ ਕੀ ਕਥਾ ਟਿਕਾ ਬਖਸ਼ਦੀ ਹੈ। ਜਿਉਂ-ਜਿਉਂ ਗੁਰੂ ਕੀ ਕਥਾ ਸੁਣਦੇ ਆ, ਤਿਉਂ-ਤਿਉਂ ਚਿੱਤ ਦੇ ਅੰਦਰੋਂ ਮੈਲ ਨਿਕਲਦੀ ਹੈ, ਚਿੱਤ ਦਾ ਟਿਕਾਅ ਬਣਦਾ ਜਾਂਦਾ ਹੈ। ਖੋਟ ਹੋਵੇ
ਤੇ ਚਿੱਤ ਭਟਕਦਾ ਹੈ, ਮਨ ਭਟਕਦਾ ਹੈ। ਜਿਉਂ-ਜਿਉਂ ਖੋਟ ਬਾਹਰ ਨਿਕਲਦੀ ਜਾਂਦੀ ਹੈ ਤਿਉਂ-ਤਿਉਂ ਮਨ ਸ਼ੁੱਧ ਹੁੰਦਾ ਹੈ। ਜਿੰਨਾ ਸ਼ੁੱਧ ਹੁੰਦਾ ਉਹਨੂੰ ਓਨਾ ਹੀ ਟਿਕਾ ਬਣਦਾ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਕਥਾ ਸੁਣਦਿਆਂ ਤੇ ਅੰਦਰ ਦੀ ਮੈਲ ਉਤਰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨਾ, ਜਿਵੇਂ ਹਵਾ ਚਲਦੀ ਹੋਵੇ ਤੇ ਪਤੰਗ ਉੱਡਦਾ ਹੈ, ਜੇ ਹਵਾ ਨਾ ਚੱਲੇ ਤੇ ਪਤੰਗ ਵੀ ਨਹੀਂ ਉੱਡਦਾ। ਇਸੇ ਤਰ੍ਹਾਂ ਕਹਿੰਦੇ ਮਨ ਹੈ, ਖੋਟ ਹੋਵੇ ਤੇ ਮਨ ਭਟਕਦਾ ਹੈ, ਟਿਕਦਾ ਕੋਈ ਨਹੀਂ। ਖੋਟ ਨਿਕਲ ਜਾਏ ਤੇ ਮਨ ਆਪੇ ਟਿਕ ਜਾਂਦਾ ਹੈ। ਇਸੇ ਤਰ੍ਹਾਂ ਹੀ ਕਹਿੰਦੇ ਗੁਰੂ ਕੀ ਕਥਾ ਜਦੋਂ ਆਪਾਂ ਸੁਣਦੇ ਹਾਂ, ਅੰਦਰੋਂ ਮੈਲ ਨਿਕਲਦੀ ਹੈ ਤੇ ਚਿੱਤ ਦਾ ਟਿਕਾਊ ਬਣੀ ਜਾਂਦਾ ਹੈ। ਫਿਰ ਕਵੀ ਜੀ ਕਹਿੰਦੇ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕਥਾ ਹੈ, ਨਿਤ ਦਾ ਬਿਤ ਕੀ, ਬਿਤ ਨਾਮ ਹੁੰਦਾ ਧਨ ਦਾ। ਇਹ ਧਨ ਦੀ ਦਾਤ ਵੀ ਬਖਸ਼ਦੀ। ਕਿਹੜਾ? ਨਾਮ ਰੂਪੀ ਧਨ ਜਿਹੜਾ ਹੈ ਇਹ ਗੁਰੂ ਕੀ ਕਥਾ ਵਿੱਚੋਂ ਸਿੱਖ ਨੂੰ ਪ੍ਰਾਪਤ ਹੁੰਦਾ ਹੈ। ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਹਿਤ ਦਾ ਕਿਤ ਕੀ, ਕਿਤ ਨਾਮ ਕੀਰਤਨ ਦਾ, ਇਹ ਕੀਰਤਨ ਦੀ ਦਾਤ ਬਖਸ਼ਦੀ ਹੈ। ਜਿਹੜਾ ਕਥਾ ਸੁਣਦਾ ਫਿਰ ਉਹ ਚਾਉ ਦੇ ਵਿੱਚ ਆ ਕੇ ਗੁਰੂ ਕੀ ਕੀਰਤੀ ਕਰਦਾ। ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸ਼ਕੀਨ ਇੱਕ ਬਚਨ ਕਹਿੰਦੇ ਸਨ, ਕਹਿੰਦੇ ਕਥਾ ਦਾ ਭਾਵ ਕੀ ਹੈ ਵੀ ਕੀਰਤਨ ਕਿਹਦਾ ਕਰਨਾ। ਆਪਾਂ ਕੀਰਤਨ ਕਿਹਦਾ ਕਰਨਾ? ਕਹਿੰਦੇ ਕਥਾ ਚੋਂ ਸਿੱਖਣਾ। ਕਹਿੰਦੇ ਕਥਾ ਵਿੱਚੋਂ ਹੀ ਕੀਰਤਨ ਦੀ ਦਾਤ ਮਿਲਦੀ ਹੈ, ਕਿਉਂਕਿ ਕਥਾ ਜਿਹੜੀ ਉਹ ਮਾਂ ਹੈ। ਕਥਾ ਮਾਂ ਹੈ, ਕੀਰਤਨ ਪੁੱਤਰ ਹੈ, ਪ੍ਰੇਮ ਪਿਤਾ ਹੈ ਤੇ ਪ੍ਰੇਮ ਇੱਕ ਜਿਹੜੀ ਕਥਾ ਇਹਦਾ ਪਤੀ ਹੈ। ਇੱਥੋਂ ਹੀ ਇਹਨਾਂ ਦੀ ਉਤਪਤੀ ਹੁੰਦੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਪ੍ਰੇਮ ਨਾਲ ਗੁਰੂ ਕੀ ਕਥਾ ਸੁਣਦੇ ਨੇ, ਇਹ ਕੀਰਤਨ ਭਗਤੀ ਦੀ ਦਾਤ ਬਖਸ਼ਦੀ ਹੈ। ਤੇ ਜਿਹੜੇ ਪ੍ਰੇਮ ਨਾਲ ਸੁਣਦੇ, ਫਿਰ ਕਵੀ ਜੀ ਕਹਿੰਦੇ ਉਹਨਾਂ ਦੇ ਅੰਦਰ ਦੀ ਜਿਹੜੀ ਹਉਮੈ ਨਾ, ਇਹ ਕਥਾ ਅੰਦਰ ਦੀ ਹਉਮੈ ਨੂੰ ਵੀ ਨਸ਼ਟ ਕਰ ਦਿੰਦੀ ਹੈ। ਸ਼ਰਧਾ ਗੁਰ ਕੀ, ਸੁਧਤਾ ਔਰ ਕੀ, ਹਰਤਾ ਜਰ ਕੀ, ਸੁਖ ਪੁੰਜ ਜਰੀ। ਮਹਾਰਾਜ ਜੀ ਦੀ ਕਥਾ ਹਿਰਦੇ ਨੂੰ ਸ਼ਰਧਾ ਦਿੰਦੀ ਹੈ। ਜਿਉਂ-ਜਿਉਂ ਇਤਿਹਾਸ ਸੁਣਦੇ ਆ ਨਾ ਪਾਤਸ਼ਾਹ ਦਾ, ਗੁਰੂ ਸਾਹਿਬ ਦੇ ਕੌਤਕ ਸੁਣਦੇ ਆ, ਤਿਉਂ-ਤਿਉਂ ਸਿੱਖ ਦੀ ਸ਼ਰਧਾ ਵੱਜਦੀ ਹੈ ਇਤਿਹਾਸ ਦੇ ਨਾਲ। ਆਪਾਂ ਜਦੋਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਈ ਚਮਤਕਾਰ ਦੀ ਗੱਲ ਹੁੰਦੀ ਸੀ ਨਾ, ਤੇ ਲੋਕ ਬੜੇ ਪ੍ਰਭਾਵਿਤ ਹੁੰਦੇ ਸਨ ਵੀ ਫਲਾਣੇ ਵਿੱਚ ਬੜੀਆਂ ਕਰਾਮਾਤਾਂ ਨੇ। ਸਿੱਧ ਆਪਣੀਆਂ ਕਰਾਮਾਤਾਂ ਦੇ ਨਾਲ ਹੀ ਲੋਕਾਂ ਨੂੰ ਪ੍ਰਭਾਵਿਤ ਕਰਦੇ ਸਨ। ਔਰੰਗਜ਼ੇਬ ਦਾ ਕੀ ਰੌਲਾ ਸੀ? ਹਮੇਸ਼ਾ ਇਹੀ ਮਹਾਂਪੁਰਸ਼ਾਂ ਨੂੰ ਕਹਿੰਦਾ ਸੀ ਵੀ ਕਰਾਮਾਤਾਂ ਵਿਖਾਓ। ਬੜਾ ਚਾਅ ਸੀ ਉਹਨੂੰ ਕਰਾਮਾਤਾਂ ਵੇਖਣ ਦਾ। ਜਦੋਂ ਬਾਬਾ ਰਾਮ ਰਾਏ ਜੀ ਗਏ ਤੇ ਕਰਾਮਾਤਾਂ ਤੋਂ ਪ੍ਰਭਾਵਿਤ ਹੋ ਗਿਆ। ਪਰ ਗੁਰੂ ਸਾਹਿਬ ਜੀ ਜਦੋਂ ਕੌਤਕ ਕਰਦੇ ਨੇ, ਉਹ ਕੋਈ ਚਮਤਕਾਰ ਜਾਂ ਕੋਈ ਕਰਾਮਾਤ ਨਹੀਂ, ਉਹ ਸਤਿਗੁਰਾਂ ਦਾ ਪ੍ਰਤਾਪ ਹੈ, ਮਹਾਰਾਜ ਜੀ ਦਾ ਉਹ ਪ੍ਰਤਾਪ ਹੈ। ਲੋੜ ਪੈਂਦੀ ਆ ਉੱਥੇ ਕਵੀ ਸੰਤੋਖ ਸਿੰਘ ਜੀ ਨੇ ਆਪੇ ਲਿਖਿਆ ਵੀ ਜਿੱਥੇ ਕਿਲਾ ਹੋਵੇ ਤੇ ਕਰਾਮਾਤ ਦੀ ਤੋਪ ਨਾਲ ਢਾ ਦਿੰਦੇ ਨੇ। ਜਿੱਥੇ ਲੋੜ ਪੈਂਦੀ ਆ ਦੂਜੇ ਦੇ ਹਿੱਤ ਲਈ, ਉੱਥੇ ਕੌਤਕ ਵਰਤਾਉਂਦੇ ਵੀ ਨੇ ਮਹਾਰਾਜ ਸੱਚੇ ਪਾਤਸ਼ਾਹ। ਪਰ ਉਹਨਾਂ ਦੀ ਹਰ ਇੱਕ ਕਥਾ, ਉਹਨਾਂ ਦੇ ਹਰ ਇੱਕ ਕੌਤਕ ਦੇ ਵਿੱਚ ਕੋਈ ਨਾ ਕੋਈ ਰਮਜ ਛੁਪੀ ਹੁੰਦੀ ਹੈ। ਤੇ ਜਿਉਂ-ਜਿਉਂ ਸਿੱਖ ਫਿਰ ਕਥਾ ਸੁਣਦਾ ਜਾਂਦਾ ਹੈ, ਗੁਰੂ ਦੇ ਕੌਤਕਾਂ ਨੂੰ ਸੁਣਦਾ ਹੈ, ਤਿਉਂ-ਤਿਉਂ ਕਥਾ ਹਿਰਦੇ ਵਿੱਚ ਪ੍ਰਭਾਵ ਪਾਉਂਦੀ ਹੈ ਤੇ ਸ਼ਰਧਾ ਗੁਰੂ ਸਾਹਿਬ ਜੀ ਦੇ ਪ੍ਰਤੀ ਸਿੱਖ ਦੀ ਵੱਧਦੀ ਰਹਿੰਦੀ ਹੈ। ਫਿਰ ਕਵੀ ਜੀ ਕਹਿੰਦੇ ਇਸੇ ਤਰ੍ਹਾਂ ਸ਼ੁੱਧ ਦਾ ਉਰ ਕੀ, ਹਿਰਦੇ ਨੂੰ ਇਹ ਸ਼ੁੱਧਤਾ ਬਖਸ਼ਦੀ ਹੈ, ਹਿਰਦੇ ਨੂੰ ਪਵਿੱਤਰ ਕਰਦੀ ਹੈ। ਹਰਤਾ ਜਰ ਕੀ, ਫਿਰ ਜਿਹੜੇ ਤਿੰਨ ਤਾਪ ਨੇ, ਤਿੰਨਾਂ ਤਾਪਾਂ ਨੂੰ, ਆਦਿ ਵਿਆਧੀ ਉਪਾਧੀ ਨੂੰ ਵੀ ਨਸ਼ਟ ਕਰ ਦਿੰਦੀ ਹੈ। ਤੇ ਇਸੇ ਤਰ੍ਹਾਂ ਜਿਹੜਾ ਸੁੱਖ ਹੈ ਨਾ, ਸੁੱਖ ਵੀ ਕਹਿੰਦੇ ਪੁੰਜ, ਪੁੰਜ ਦਾ ਭਾਵ ਸਮੂਹ, ਜਿੰਨੇ ਵੀ ਸੁੱਖ ਨੇ, ਸਾਰੇ ਸੁੱਖਾਂ ਦੇ ਵਾਸਤੇ ਗੁਰੂ ਕੀ ਜਿਹੜੀ ਕਥਾ ਔਸ਼ਧੀ ਰੂਪ ਹੈ। ਅਰਥਾਤ ਜਦੋਂ ਤਿੰਨ ਤਾਪ ਅੰਦਰ ਪੈਦਾ ਹੁੰਦੇ ਨੇ, ਕੋਈ ਆਦਿ ਤੋਂ ਦੁਖੀ, ਕੋਈ ਵਿਆਧੀ ਤੋਂ ਦੁਖੀ, ਕੋਈ ਉਪਾਧੀ ਤੋਂ ਦੁਖੀ ਹੈ, ਤੇ ਜਦੋਂ ਕੋਈ ਭਾਵ ਪ੍ਰੇਮ ਨਾਲ ਮਹਾਰਾਜ ਜੀ ਦੀ ਕਥਾ ਸੁਣਦਾ ਹੈ, ਤੇ ਕਥਾ ਸੁਣਦਿਆਂ ਫਿਰ ਉਹਦੇ ਅੰਦਰੋਂ ਸਾਰੀ ਇਹ ਜਿਹੜੇ ਆਦਿ ਵਿਆਧੀ ਉਪਾਧੀ ਦੇ ਰੋਗ ਨਾ ਮਿਟ ਜਾਂਦੇ। ਜਿਵੇਂ ਦਵਾਈ ਨਾਲ ਰੋਗ ਮਿਟਦਾ ਨਾ ਔਸ਼ਧੀ ਨਾਲ, ਇਦਾਂ ਹੀ ਫਿਰ ਇਹ ਸਾਰੇ ਰੋਗ ਮਿਟਦੇ ਜਾਂਦੇ ਨੇ। ਸਤਿ ਸ੍ਰੀ ਅਕਾਲ। ਜੈਸੇ ਪਾਤਸ਼ਾਹ ਜੀ ਕਹਿੰਦੇ ਨਾ, ਸਰਬ ਰੋਗ ਕਾ ਔਖਦ ਨਾਮ, ਮਹਾਰਾਜ ਜੀ ਦੀ ਕਥਾ ਹੀ ਨਾਮ
ਇਤਿਹਾਸ ਦੀ ਗੱਲ ਹੋਵੇ ਉਥੇ ਵੀ ਨਾਮ ਦੀ ਮਹਿਮਾ, ਸਭ ਨੂੰ ਨਾਮ ਜਪਣ ਦਾ ਉਪਦੇਸ਼ ਗੁਰਦੇਵ ਜੀ ਬਖਸ਼ਿਸ਼ ਕਰਦੇ ਨੇ। ਇਸ ਵਾਸਤੇ ਮਹਾਰਾਜ ਜੀ ਦੀ ਕਥਾ ਔਸ਼ਧੀ ਰੂਪ ਹੈ। ਸਾਧ ਸੰਗਤ ਜੀ, ਜਦੋਂ ਇਤਿਹਾਸ ਆਪਾਂ ਪੜ੍ਹੀਏ ਨਾ, ਜਿਹੜਾ ਰਾਜਾ ਜਨਮੇਜਾ ਸੀ, ਜਦੋਂ ਜਿਹਦਾ ਜ਼ਿਕਰ ਮਹਾਰਾਜ ਨੇ ਬਾਣੀ ਦੇ ਵਿੱਚ ਕੀਤਾ ਹੈ, ਬਹੁ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸੈ, ਜਦੋਂ ਪਤਾ ਲੱਗਿਆ ਨਾ ਵੀ ਨਾਗ ਨੇ ਡਸ ਲੈਣਾ, ਤੇ ਸਾਧ ਸੰਗਤ ਜੀ ਫਿਰ ਸੀਸ਼ ਮਹਿਲ ਬਣਾ ਕੇ ਬਹਿ ਗਿਆ। ਅਖੀਰ ਉਹਦੀ ਮੌਤ ਹੋਈ, ਫਿਰ ਉਹਦਾ ਪੁੱਤਰ ਪੈਦਾ ਹੋਇਆ ਪ੍ਰੀਸ਼ਤ, ਉਹਨੇ ਫਿਰ ਪਾਪ ਕੀਤਾ, ਉਹਨੂੰ ਕੋੜ ਹੋ ਗਿਆ, ਸਰੀਰ ਤੇ ਕੋੜ ਹੋਇਆ। ਤੇ ਫਿਰ ਜਦੋਂ ਕਥਾ ਸੁਣਨ ਲੱਗਾ ਨਾ, ਜਿਉਂ-ਜਿਉਂ ਕਥਾ ਸੁਣਦਾ ਤਿਉਂ-ਤਿਉਂ ਕੋੜ ਦੂਰ ਹੁੰਦਾ ਆ, ਜਿਉਂ-ਜਿਉਂ ਕਥਾ ਸੁਣਦਾ ਤਿਉਂ-ਤਿਉਂ ਕੋੜ ਦੂਰ ਹੁੰਦਾ। ਪਰ ਸ਼ੰਕਾ ਪੈ ਗਿਆ ਮਨ ਦੇ ਵਿੱਚ, ਜਦੋਂ ਉਹਨਾਂ ਆਖਿਆ ਵੀ ਹਾਥੀ ਭੀਮ ਨੇ ਆਕਾਸ਼ ਨੂੰ ਸੱਟੇ, ਨੱਕ ਮਰੋੜ ਦਿੱਤੀ। ਇਦਾਂ ਥੋੜਾ ਹੋ ਸਕਦਾ, ਕਹਿੰਦਾ ਵੀ ਹਾਥੀ ਨੂੰ ਬੰਦਾ ਚੁੱਕ ਕੇ ਆਕਾਸ਼ ਵਿੱਚ ਸੁੱਟ ਦੇ, ਫਿਰ ਕਹਿੰਦੇ ਤੁਸੀਂ ਕਹਿੰਦੇ ਹੋ ਵੀ ਉਹ ਆਏ ਵੀ ਨਹੀਂ ਮੁੜ ਕੇ ਧਰਤੀ ਤੇ, ਇਹ ਨਹੀਂ ਮੰਨਦਾ। ਫਿਰ ਉੱਥੇ ਮਹਾਰਾਜ ਜੀ ਕਹਿੰਦੇ ਨਾ, ਰਾਜਾ ਜਨਮੇਜਾ ਖੋਏ ਗਿਆ, ਕੀ ਕਾਰਨ ਪਾਪੀ ਪਿਆ। ਹੁਣ ਉਹਨੇ ਪਾਪ ਕੀਤਾ ਸੀ, ਫਿਰ ਪਾਪ ਕਰਕੇ ਸਜ਼ਾ ਮਿਲੀ। ਫਿਰ ਕਥਾ ਸੁਣਦਿਆਂ ਸ਼ੰਕਾ ਕੀਤਾ, ਤੇ ਸ਼ੰਕੇ ਦਾ ਫਲ ਕੀ ਹੋਇਆ? ਜਿਹੜਾ ਨੱਕ ਤੇ ਕੋੜ ਰਹਿ ਗਿਆ ਨਾ, ਬਾਕੀ ਤਾਂ ਠੀਕ ਹੋ ਗਿਆ ਸੀ, ਪਰ ਜਿਹੜਾ ਨੱਕ ਤੇ ਰਹਿ ਗਿਆ, ਉਸੇ ਕੋੜ ਕਰਕੇ ਉਹਦੀ ਮੌਤ ਹੋ ਗਈ। ਇਹ ਉਦਾਹਰਨ ਤਾਂ ਦਿੱਤੀ ਹੈ, ਜਦੋਂ ਕਥਾ ਸੁਣੀ ਤੇ ਕੋੜ ਮਿਟ ਗਿਆ ਉਹਦਾ। ਤੇ ਕਵੀ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੇ ਤਿੰਨ ਤਾਪ ਨੇ ਨਾ, ਗੁਰੂ ਕੀ ਕਥਾ ਇਹ ਤਿੰਨਾਂ ਤਾਪਾਂ ਨੂੰ ਮਿਟਾ ਦਿੰਦੀ। ਬਸ ਸ਼ਰਤ ਹੈ ਵੀ ਸਿੱਖ ਬਿਨਾਂ ਸ਼ੰਕੇ ਤੋਂ ਸ਼ਰਧਾ ਨਾਲ ਗੁਰੂ ਕੀ ਕਥਾ ਸੁਣੇ, ਤੇ ਤਿੰਨੇ ਤਾਪਾਂ ਨੂੰ ਮਿਟਾਉਣ ਵਾਲੀ ਗੁਰੂ ਕੀ ਕਥਾ ਔਖਦੀ ਹੈ। ਸਭ ਸਾਰ ਮਥਾ ਕ੍ਰਿਤ ਲੀਨ ਜਥਾ, ਇਹ ਚਾਰੂ ਕਥਾ ਅਜਰਾਨ ਜਰੀ। ਕਵੀ ਜੀ ਕਹਿੰਦੇ ਸਤਿਗੁਰਾਂ ਦੀ ਜਿਹੜੀ ਸੋਹਣੀ ਕਥਾ ਹੈ ਨਾ, ਇਹਨੂੰ ਚੰਗੀ ਤਰ੍ਹਾਂ ਮੱਥ ਕੇ ਦੇ ਵਿੱਚੋਂ ਮੈਂ ਤੱਤ ਕੱਢ ਲਿਆ। ਜਿਵੇਂ ਕਹਿੰਦੇ ਹਨ ਵੀ ਦਹੀਂ ਨੂੰ ਰਿੜਕ ਕੇ ਕ੍ਰਿਤ ਲੀਨ ਜਥਾ, ਜਿਵੇਂ ਉਹਦੇ ਵਿੱਚੋਂ ਘਿਓ ਕੱਢ ਲਈਦਾ ਨਾ, ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਜਿਹੜੀ ਆ, ਉਹਦੇ ਵਿੱਚੋਂ ਸਾਰਾ ਤੱਤ ਪ੍ਰਾਪਤ ਕਰਕੇ ਫਿਰ ਇੱਕ ਰਸ ਰਹਿਣ ਵਾਲੀ ਜਿਹੜੀ ਇਹ ਸਤਿਗੁਰਾਂ ਦੀ ਕਥਾ ਹੈ, ਜਿਹੜੀ ਕਦੇ ਬੁੱਢੀ ਨਹੀਂ ਹੁੰਦੀ। ਬੁੱਢੀ ਤੋਂ ਭਾਵ ਵੀ ਕਦੇ ਪੁਰਾਣੀ ਨਹੀਂ ਹੁੰਦੀ ਕਥਾ, ਨਿੱਤੀ ਨਵੀਂ ਰਹਿੰਦੀ ਹੈ। ਜਦੋਂ ਮਰਜ਼ੀ ਸੁਣ ਲਓ, ਸਿੱਖ ਦਾ ਹਿਰਦਾ ਚਾਉ ਨਾਲ ਭਰ ਜਾਂਦਾ, ਸਿੱਖ ਦਾ ਹਿਰਦਾ ਸ਼ਰਧਾ ਨਾਲ ਭਰ ਜਾਂਦਾ। ਉਹ ਗੱਲ ਵੱਖਰੀ ਹੈ ਵੀ ਜੇ ਆਪਾਂ ਕਹਿ ਦਈਏ ਵੀ ਜੀ ਮੈਂ ਇਹ ਸਾਖੀ ਸੁਣੀ ਹੈ। ਇੱਕ ਵਿਦਵਾਨ ਸੱਜਣ ਨੇ ਨਾ ਬੜੇ ਸੋਹਣੇ ਬੋਲ ਲਿਖੇ। ਉਹ ਕਹਿੰਦੇ ਵੀ ਜਦੋਂ ਕਹਿੰਦੇ ਆ ਨਾ ਆਪਾਂ ਵੀ ਇਹ ਮੈਂ ਸਾਖੀ ਪਹਿਲਾਂ ਸੁਣੀ ਹੈ, ਵੀ ਹੁਣ ਸੁਣਨ ਦੀ ਲੋੜ ਨਹੀਂ, ਕਹਿੰਦੇ ਉਹ ਸਾਖੀ ਪੁਰਾਣੀ ਨਹੀਂ ਹੋਈ। ਜਦੋਂ ਗੁਰਦੇਵ ਕਹਿੰਦੇ ਵੀ ਸਾਹਿਬ ਮੇਰਾ ਨੀਤ ਨਵਾਂ, ਮੇਰਾ ਮਾਲਕ ਨਿਤ ਨਵਾਂ ਹੈ, ਤੇ ਉਹਦੀ ਕਥਾ ਵੀ ਨਿਤ ਨਵੀਂ, ਉਹਦੀ ਸਾਖੀ ਵੀ ਨਿਤ ਨਵੀਂ, ਕਹਿੰਦੇ ਬਸ ਸ਼ਰਧਾ ਪੁਰਾਣੀ ਹੋ ਗਈ ਸਾਡੀ ਅੰਦਰ ਦੀ। ਸ਼ਰਧਾ ਪੁਰਾਣੀ ਹੋਣ ਕਰਕੇ ਸਾਨੂੰ ਕੋਈ ਚੀਜ਼ ਪੁਰਾਣੀ ਲੱਗਣ ਲੱਗ ਪਈ। ਪਰ ਕਹਿੰਦੇ ਮੇਰਾ ਮਾਲਕ ਨਿਤ ਨਵਾਂ, ਤੇ ਉਹਦੀ ਕਥਾ ਵੀ ਨਿਤ ਨਵੀਂ। ਤੇ ਜਿਹੜਾ ਸਿੱਖ ਗੁਰੂ ਕੀ ਕਥਾ ਸੁਣਦਾ, ਉਹਦੇ ਫਿਰ ਅੰਦਰ ਦਾ ਭਾਵ ਕੀ? ਉਹ ਕਹਿੰਦਾ ਪਾਤਸ਼ਾਹ ਤੁਹਾਡੀ ਕਥਾ ਕਦੇ ਵੀ ਪੁਰਾਣੀ ਨਹੀਂ ਹੁੰਦੀ, ਤੁਹਾਡਾ ਜਸ ਨਿਤ ਹੀ ਨਵਾਂ ਰਹਿਣ ਵਾਲਾ ਹੈ। ਗੁਣ ਬ੍ਰਿੰਦ ਗੋਬਿੰਦ ਮਿਰਗਿੰਦ ਮੁਕੰਦ, ਆਨੰਦ ਚਾਰੂ ਜਰਾਉ ਜਰੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੇ ਮੁਕਤੀ ਦਾਤੇ ਹਨ, ਆਪਣੇ ਪਿਆਰਿਆਂ ਨੂੰ ਮੁਕਤੀ ਦੀ ਦਾਤ ਦਿੰਦੇ। ਦਾਸ ਕਈ ਵਾਰੀ ਇਹ ਬੇਨਤੀ ਕਰਦਾ ਹੁੰਦਾ ਹੈ ਵੀ ਦੁਨੀਆ ਵਿੱਚ ਹੋ ਸਕਦਾ ਹੈ ਵੀ ਦੁਨਿਆਵੀ ਸੁੱਖ ਦੇਣ ਵਾਲੇ ਬੜੇ ਹੋਵਣ, ਪਰ ਮੁਕਤੀ ਦਾ ਦਾਤਾ ਦੁਨੀਆ ਦੇ ਵਿੱਚ ਇੱਕੋ ਹੀ ਹੈ, ਅਕਾਲ ਪੁਰਖ ਪਰਮੇਸ਼ਰ ਧੰਨ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਉਹਨਾਂ ਤੋਂ ਬਿਨਾਂ ਕੋਈ ਬੰਧਨ ਨਹੀਂ ਤੋੜ ਸਕਦਾ ਸਾਡੇ, ਉਹਨਾਂ ਤੋਂ ਬਿਨਾਂ ਕੋਈ ਮੁਕਤ ਨਹੀਂ ਕਰ ਸਕਦਾ ਸਾਨੂੰ। ਜੇ ਮੁਕਤੀ ਲੈਣੀ ਤੇ ਉਹਨਾਂ ਦੇ ਚਰਨਾਂ ਦੇ ਵਿੱਚੋਂ ਹੀ ਸਾਨੂੰ ਪ੍ਰਾਪਤ ਹੋਣੀ ਹੈ। ਜਿਹੜੇ ਮੇਰੇ ਪਾਤਸ਼ਾਹ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰੀਆਂ ਕਰੀਆਂ ਨਿਰਨਾਮੇ ਅਕਾਮੇ। ਸਤਿਗੁਰੂ ਸੱਚੇ ਪਾਤਸ਼ਾਹ ਮੁਕੰਦੇ ਮੁਕਤੀ ਦੇ ਦਾਤੇ ਹਨ। ਤੇ ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਗਰੀਬ ਨਵਾਜ ਜੀ ਦੇ ਜਿਹੜੇ ਗੁਣ ਨੇ ਨਾ, ਉਹ ਰਤਨਾਂ ਦੀ ਨਿਆਈ ਹਨ। ਤੇ ਕਵੀ ਜੀ ਕਹਿੰਦੇ ਐਸੇ ਆਨੰਦਦਾਇਕ ਗਹਿਣੇ ਦੀ ਕਹਿੰਦੇ ਉਹ ਜੜਤ ਹੈ। ਜਿਹੜੀ ਗੁਰੂ ਸਾਹਿਬ ਦੀ ਕਥਾ ਹੈ ਨਾ,
ਉਹਦੇ ਵਿੱਚ ਸਤਿਗੁਰਾਂ ਦੇ ਗੁਣ ਰਤਨਾਂ ਦੀ ਨਿਆਈ ਜਿਹੜੇ ਹੋਏ ਨੇ। ਤੇ ਗੁਰਦੇਵ ਜੀ ਦੀ ਜਿਹੜੀ ਕਥਾ ਹੈ ਇਹ ਗਹਿਣਿਆਂ ਦੀ ਨਿਆਈ ਹੈ। ਗਹਿਣੇ ਦੀ ਸ਼ੋਭਾ ਕਦੋਂ ਬਣਦੀ ਹੈ? ਜਦੋਂ ਉਹਦੇ ਵਿੱਚ ਹੀਰੇ ਰਤਨ ਮੋਤੀ ਜੜੇ ਜਾਂਦੇ, ਹੋਰ ਜ਼ਿਆਦਾ ਉਹਨਾਂ ਦੀ ਸ਼ੋਭਾ ਵੱਧ ਜਾਂਦੀ ਹੈ। ਤੇ ਇਸ ਕਥਾ ਦੇ ਅੰਦਰ ਕਵੀ ਜੀ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਗੁਣ ਰੂਪੀ ਰਤਨ ਜੜੇ ਹੋਏ ਨੇ, ਜਿਹਦੇ ਕਰਕੇ ਇਸ ਕਥਾ ਦੀ ਹੋਰ ਜ਼ਿਆਦਾ ਸ਼ੋਭਾ ਵੱਧ ਗਈ ਹੈ। ਕਬਿਤ ਸ੍ਰੀ ਗੁਰ ਜਗਤਪਤੀ ਜਗਤ ਸਦਨ ਮਾਂਜ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਸਾਰੇ ਜਗਤ ਦੇ ਪਤੀ, ਸਾਰੇ ਜਗਤ ਦੇ ਮਾਲਕ ਹਨ। ਹਿੰਦਵਾਨ ਅਜਰ ਬਿਰਾਜ ਬੇ ਕੀ ਲਾਲਸਾ। ਮਹਾਰਾਜ ਸੱਚੇ ਪਾਤਸ਼ਾਹ ਦੇ ਹਿਰਦੇ ਦੇ ਵਿੱਚ ਲਾਲਸਾ ਪੈਦਾ ਹੋਈ, ਫੁਰਨਾ ਪੈਦਾ ਹੋਇਆ। ਉਹ ਫੁਰਨਾ ਕੀ ਸੀ ਕਿ ਹਿੰਦੁਸਤਾਨ ਦੇ ਰਹਿਣ ਵਾਲੇ ਜੀਵ ਪ੍ਰਫੁੱਲਤ ਸੁਖ ਦੇ ਸਹਿਤ ਵਸਣ। ਇਹ ਫੁਰਨਾ ਸੀ ਗੁਰੂ ਸਾਹਿਬ ਦਾ। ਆਹੀ ਤਾਂ ਮਹਾਰਾਜ ਆਪਣੇ ਜੀਵਨ ਕਾਲ ਵਿੱਚ ਸਾਰਿਆਂ ਨੂੰ ਸੁਖ ਦੇਣ ਦੇ ਲਈ ਜੰਗਾਂ ਕਰਦੇ ਰਹੇ, ਯੁੱਧ ਕਰਦੇ ਰਹੇ, ਖਾਲਸਾ ਪੈਦਾ ਕੀਤਾ। ਸੰਕਟ ਨਿਵਾਰਵੇ ਕੋ ਦੁਰਜਨ ਮਾਰਵੇ ਕੋ। ਸੰਕਟਾਂ ਦੀ ਨਿਵਰਤੀ ਲਈ, ਦੁਰਜਨਾਂ ਦਾ ਘਾਤ ਕਰਨ ਵਾਸਤੇ ਮਹਾਰਾਜ ਨੇ ਖਾਲਸਾ ਪੈਦਾ ਕੀਤਾ। ਉਹ ਚਾਹੁੰਦੇ ਸਨ ਵੀ ਲੋਕ ਸੁਖੀ ਵਸਣ। ਅਰਦਾਸ ਵੀ ਕਰਦੇ ਨਾ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਹੇ ਕਰਤਾਰ ਜੀ, ਇਹ ਸੇਵਕ ਸਿੱਖ ਮੇਰਾ ਪਰਿਵਾਰ ਨੇ ਸੁਖੀ ਵਸਣ। ਉਹਨਾਂ ਦੇ ਹਿਰਦੇ ਦੀ ਇਹ ਇੱਛਾ ਸੀ। ਤੇ ਤਾਂ ਹੀ ਤਾਂ ਮਹਾਰਾਜ ਚਮਕੌਰ ਦੀ ਗੜੀ ਵਿੱਚ ਕਹਿ ਗਏ, ਪੰਥ ਵਸੈ ਮੈਂ ਉਜੜਾ ਮਨ ਚਾਉ ਕਨੇਰਾ, ਵਾਹੋ ਵਾਹੋ ਗੋਬਿੰਦ ਸਿੰਘ ਵਾ ਤੇਰਾ ਜੇਰਾ। ਮੇਰਾ ਪੰਥ ਵਸ ਜਾਏ, ਮੈਂ ਭਾਵੇਂ ਉਜੜ ਜਾਵਾਂ, ਕੋਈ ਗੱਲ ਨਹੀਂ, ਪੰਥ ਵਸਣਾ ਚਾਹੀਦਾ। ਇੱਛਾ ਸੀ ਮਹਾਰਾਜ ਦੇ ਹਿਰਦੇ ਵਿੱਚ ਕਿ ਸਾਰੇ ਸੰਸਾਰ ਦੇ ਜੀਵ ਜਿਹੜੇ ਪ੍ਰਫੁੱਲਤ ਹੋ ਕਰਕੇ ਵਸਣਾ ਕਰਨ। ਸੂਰ ਤਣ ਬੀਜ ਤੇ ਅੰਕੁਰ ਪਇਓ ਮਹਾਜੁਦ। ਕਵੀ ਜੀ ਕਹਿੰਦੇ ਇਸ ਫੁਰਨੇ ਦੇ ਵਿੱਚੋਂ ਇੱਕ ਬੀਜ ਪੈਦਾ ਹੋਇਆ ਜਿਹੜਾ ਸੁਰਮਤਾਈ ਦਾ ਬੀਜ ਸੀ। ਇਹ ਫੁਰਨੇ ਵਿੱਚੋਂ ਪੈਦਾ ਹੋਇਆ। ਫੁਰਨਾ ਕੀ ਸੀ? ਵੀ ਸਾਰੇ ਪ੍ਰਫੁੱਲਤ ਹੋ ਕੇ ਵਸਣ ਆਪਣੇ ਘਰਾਂ ਦੇ ਵਿੱਚ, ਸਭ ਦੇ ਹਿਰਦੇ ਵਿੱਚ ਸੁੱਖ ਹੋਵੇ। ਪਰ ਉਸ ਸੁੱਖ ਨੂੰ ਦੇਣ ਦੇ ਲਈ ਸੂਰਮਗਤੀ ਦੀ ਲੋੜ ਸੀ, ਵੀਰ ਰਸ ਦੀ ਲੋੜ ਸੀ, ਯੋਧਿਆਂ ਦੀ ਜ਼ਰੂਰਤ ਸੀ। ਤੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਉਸ ਫੁਰਨੇ ਵਿੱਚੋਂ ਕਵੀ ਜੀ ਕਹਿੰਦੇ ਇੱਕ ਬੀਜ ਪੈਦਾ ਹੋਇਆ ਜਿਹਨੂੰ ਸੂਰਮਤਾਈ ਦਾ ਬੀਜ ਕਹਿੰਦੇ ਹਨ। ਅੰਮ੍ਰਿਤ ਕੋ ਦੇਨ ਤੁਚਾ ਬ੍ਰਧਤਾ ਨਿਰਾਲਸਾ। ਫਿਰ ਸਾਧ ਸੰਗਤ ਜੀ ਕਹਿੰਦੇ ਜਿਹੜਾ ਉਹ ਬੀਜ ਪੈਦਾ ਹੋਇਆ ਸੀ ਨਾ, ਕਵੀ ਜੀ ਕਹਿੰਦੇ ਉਹਦੇ ਵਿੱਚੋਂ ਫਿਰ ਇੱਕ ਅੰਕੁਰ ਪੈਦਾ ਹੋਇਆ। ਬੀਜ ਬੀਜੀਏ ਨਾ, ਫਿਰ ਉਹ ਅੰਕੁਰਿਤ ਹੁੰਦਾ ਹੈ। ਹੌਲੀ ਜੀਆਂ ਉਹਦੀਆਂ ਲਗਰਾਂ ਜਿਹੜੀਆਂ ਨੇ ਉਹ ਪੈਦਾ ਹੋਣ ਲੱਗਦੀਆਂ। ਉਹ ਲਗਰਾਂ ਕਿਹੜੀਆਂ? ਕਹਿੰਦੇ ਯੁੱਧ ਦੀਆਂ ਲਗਰਾਂ ਪੈਦਾ ਹੋਈਆਂ। ਸੂਰਮਗਤੀ ਵਿੱਚੋਂ ਯੁੱਧ ਨੇ ਜਨਮ ਲੈ ਲਿਆ। ਫਿਰ ਗੁਰੂ ਕਲਗੀਧਰ ਜੀ ਨੇ ਰਹਿਮਤ ਕਰਕੇ ਫਿਰ ਕਹਿੰਦੇ ਅੰਮ੍ਰਿਤ ਕੋ ਦੇਨ ਤੁਚਾ। ਫਿਰ ਪਾਤਸ਼ਾਹ ਨੇ ਅੰਮ੍ਰਿਤ ਦੀ ਛਿੱਲ ਦੇ ਦਿੱਤੀ। ਜਿਵੇਂ ਦਰਖਤ ਵੱਧਦਾ ਨਾ, ਉਹਦੀ ਛਿੱਲ ਹੁੰਦੀ ਹੈ, ਦਰਖਤ ਦੇ ਬਾਹਰਲਾ ਹਿੱਸਾ ਜਿਹੜਾ ਹੁੰਦਾ। ਦਰਖਤ ਜਿਉਂ-ਜਿਉਂ ਵੱਧਦਾ ਉਹਨੂੰ ਪਾਣੀ ਦੇਈ ਜਾਈਏ, ਹੋਰ ਜ਼ਿਆਦਾ ਵੱਧਦਾ ਜਾਂਦਾ ਹੈ। ਉਹਦੀ ਬਾਹਰਲੀ ਚਮੜੀ ਜਿਹੜੀ ਹੁੰਦੀ, ਛਿੱਲ ਵੀ ਮੋਟੀ ਹੁੰਦੀ ਜਾਂਦੀ ਹੈ। ਕਹਿੰਦੇ ਜਿਹੜੀ ਇਹ ਅੰਮ੍ਰਿਤ ਦੀ ਦਾਤ ਦਿੱਤੀ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ, ਕਹਿੰਦੇ ਇਸ ਦਰਖਤ ਦੀ ਛਿੱਲ ਸੀ ਇਹ ਮੋਟੀ। ਤੇ ਇਹ ਦਰਖਤ ਕਿਹੜਾ? ਕਲਪ ਬ੍ਰਿਸ਼। ਇਹ ਕਲਪ ਬ੍ਰਿਸ਼ ਕਿਹੜਾ ਦਰਖਤ ਹੈ? ਖਾਲਸਾ, ਜਿਹੜਾ ਖਾਲਸਾ ਮਹਾਰਾਜ ਨੇ ਸਜਾਇਆ ਹੈ। ਤੇ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਇਸ ਜਗਤ ਦੇ ਅੰਦਰ ਆਲਸ ਤੋਂ ਹੀਣਾ ਕਹਿੰਦੇ ਬਣਾਉਣਾ ਕੀਤਾ ਹੈ। ਸਦ ਗੁਣ ਦਲ ਤੇ ਸਦਲ ਪਏ ਭੂਪ ਡਾਲ। ਇਸੇ ਤਰ੍ਹਾਂ ਕਹਿੰਦੇ ਜਿਹੜੇ ਸ੍ਰੇਸ਼ਟ ਦੇਵੀ ਗੁਣ ਨੇ ਉਹ ਪੱਤਿਆਂ ਦੀ ਨਿਆਈ ਸਨ ਇਸ ਦਰਖਤ ਦੇ ਉੱਪਰ। ਤੇ ਜੈਸੇ ਦਰਖਤ ਉੱਪਰ ਡਾਲੀਆਂ ਲੱਗੀਆਂ ਹੁੰਦੀਆਂ ਨੇ, ਫਿਰ ਜਿਹੜੇ ਰਾਜੇ ਸਨ ਨਾ, ਸਿੱਖ ਰਾਜੇ ਪੈਦਾ ਹੋਏ। ਮਹਾਰਾਜਾ ਰਣਜੀਤ ਸਿੰਘ ਜੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਮਹਾਰਾਜ ਜਿਹੜੇ ਪੈਦਾ ਹੋਏ, ਰਾਜੇ ਪੈਦਾ ਹੋਏ। ਕਹਿੰਦੇ ਇਹ ਰਾਜੇ ਸਾਰੇ ਡਾਲ ਰੂਪ ਸਨ, ਟਾਹਣੀਆਂ ਦੇ ਵਾਂਗੂ ਸਨ। ਭਜਨ ਕੁਸਮ ਫਲ ਗਿਆਨ ਤਤ ਕਾਲਸਾ। ਭਾਈ ਸਾਹਿਬ ਜੀ ਕਹਿੰਦੇ ਜਿਹੜਾ ਫਿਰ ਭਜਨ ਕਰਨਾ ਨਾ, ਇਹ ਭਜਨ ਕੀ ਫੁੱਲ ਹੈ। ਕਹਿੰਦੇ ਇਹ ਨਹੀਂ ਵੀ ਕੱਲਾ ਰਾਜ ਸੀ, ਇਹ ਨਹੀਂ ਵੀ ਕੱਲਾ ਯੁੱਧ ਸੀ, ਕੱਲੀ ਸੂਰਮਤਾਈ ਸੀ। ਫਿਰ ਇਸ ਦਰਖਤ ਦੇ ਉੱਪਰ ਕਹਿੰਦੇ ਭਜਨ ਦੇ ਫੁੱਲ ਲੱਗ ਗਏ।
ਕਿਉਂਕਿ ਸੂਰਮਾ ਦਇਆਵਾਨ ਉਦੋਂ ਹੋਵੇਗਾ ਨਾ ਜਦੋਂ ਭਜਨ ਹੋਵੇਗਾ, ਉਹਦੇ ਕੋਲ ਸਿਮਰਨ ਹੋਵੇਗਾ। ਜੇ ਸਿਮਰਨ ਨਹੀਂ ਮਨੁੱਖ ਦੇ ਕੋਲ ਤੇ ਫਿਰ ਹੱਥ ਵਿੱਚ ਫੜੀ ਹੋਈ ਤਲਵਾਰ ਜਿਹੜੀ ਹੈ, ਜਿਹਨੂੰ ਮਹਾਰਾਜ ਨੇ ਕਿਰਪਾਨ ਆਖਿਆ, ਕਿਰਪਾ ਦਾ ਘਰ, ਇਹ ਕਿਰਪਾ ਦਾ ਘਰ ਹੈ, ਇਹ ਦੀਨਾਂ ਉੱਪਰ ਦਇਆ ਕਰਦੀ ਹੈ, ਜ਼ੁਲਮੀਆਂ ਦਾ ਨਾਸ਼ ਕਰਦੀ ਹੈ। ਤੇ ਤਲਵਾਰ ਦਾ ਰੰਗਜੇਬ ਦੇ ਕੋਲ ਵੀ ਸੀ, ਆਖਦਾ ਵੀ ਸਾਰਿਆਂ ਦਾ ਧਰਮ ਪਰਿਵਰਤਨ ਕਰ ਦਿਓ ਤੇਗ ਦੇ ਜ਼ੋਰ ਦੇ ਨਾਲ। ਪਰ ਗੁਰੂ ਕਲਗੀਧਰ ਜੀ ਨੇ ਫਿਰ ਖਾਲਸੇ ਪੰਥ ਦੀ ਉਤਪਤੀ ਕਰਕੇ ਉਹਨਾਂ ਨੂੰ ਭਜਨ ਦੀ ਦਾਤ ਦਿੱਤੀ, ਸਿਮਰਨ ਦੀ ਦਾਤ ਦਿੱਤੀ। ਉਹ ਜਿਹੜਾ ਭਜਨ, ਕਵੀ ਜੀ ਕਹਿੰਦੇ ਉਹ ਭਜਨ ਫੁੱਲ ਦੀ ਨਿਆਈ, ਜਦੋਂ ਫੁੱਲ ਲੱਗਦਾ ਤੇ ਫਿਰ ਫਲ ਲੱਗਦਾ, ਤੇ ਫਿਰ ਉਹਦੇ ਉੱਪਰ ਤਤਕਾਲ ਹੀ ਕਹਿੰਦੇ ਬ੍ਰਹਮ ਗਿਆਨ ਦਾ ਫਲ ਕਹਿੰਦੇ ਪੈਦਾ ਹੋਇਆ ਹੈ। ਅਰਥਾਤ ਜਿਹੜੇ ਯੋਧੇ ਮੇਰੇ ਪਾਤਸ਼ਾਹ ਨੇ ਪੈਦਾ ਕੀਤੇ ਉਹ ਸੰਤ ਵੀ ਸਨ ਤੇ ਸਿਪਾਹੀ ਵੀ ਸਨ, ਉਹ ਯੋਧੇ ਵੀ ਸਨ ਸੰਤ, ਤੇ ਫਿਰ ਕਹਿੰਦੇ ਉਹ ਜਿਹੜੇ ਸੰਤ ਕੱਲੇ ਯੋਧੇ ਨਹੀਂ ਸਨ, ਉਹ ਬ੍ਰਹਮ ਗਿਆਨੀ ਵੀ ਸਨ। ਇੱਕ ਵਿਦਵਾਨ ਸੱਜਣ ਨੇ ਇਸੇ ਕਰਕੇ ਬਚਨ ਲਿਖਿਆ, ਕਵੀ ਜੀ ਕਹਿੰਦੇ ਸਾਧ ਮੈਂ ਨਾ ਸ਼ੇਰ ਪਨ, ਸ਼ੇਰ ਮੈਂ ਨਾ ਸਾਧ ਪਨ, ਦੋਹੂ ਪਨ ਦੇਖੀ ਅਤੇ ਆਪ ਹੀ ਕੇ ਮਾਗ ਮੈਂ। ਸਾਧੂ ਵਿੱਚ ਸ਼ੇਰਪਣਾ ਨਹੀਂ ਹੁੰਦਾ ਤੇ ਸ਼ੇਰ ਵਿੱਚ ਸਾਧੂਪਣਾ ਨਹੀਂ ਹੁੰਦਾ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਤੁਹਾਡਾ ਪੰਥ ਵੇਖਦਾ, ਤੁਹਾਡੇ ਪੰਥ ਦੇ ਵਿੱਚ ਸਾਧੂਪਣਾ ਤੇ ਸ਼ੇਰਪਣਾ ਦੋਨੇ ਹੀ ਨੇ, ਦੋਨੇ ਗੁਣ ਇੱਕੋ ਜਗ੍ਹਾ ਤੇ ਤੁਸੀਂ ਰੱਖ ਦਿੱਤੇ। ਸਤਿ ਸ੍ਰੀ ਅਕਾਲ। ਸਾਧੂਪਣਾ, ਸ਼ੇਰਪਣਾ, ਮੇਰੀ ਪੀਰੀ, ਸੰਤ ਸਿਪਾਹੀ, ਭਗਤੀ ਸ਼ਕਤੀ, ਰਾਜ ਜੋਗ ਇੱਕ ਜਗ੍ਹਾ ਤੇ ਤੁਸੀਂ ਰੱਖ ਦਿੱਤਾ ਹੈ। ਤੁਹਾਡੇ ਸਿੱਖ ਜਿੱਥੇ ਯੋਧੇ ਨੇ ਉਥੇ ਬ੍ਰਹਮ ਗਿਆਨੀ ਵੀ ਹਨ, ਜਿਨ੍ਹਾਂ ਪਾਸ ਭਜਨ ਰੂਪੀ ਫੁੱਲ ਤੇ ਗਿਆਨ ਰੂਪੀ ਕਹਿੰਦੇ ਫਲ ਹੈ। ਪਰ ਮਤ ਕਾਲ ਸਦ ਰਿਦਰ ਖਲ ਦਾਲਸਾ। ਇਸੇ ਤਰ੍ਹਾਂ ਜਿਹੜੇ ਪਰਾਏ ਮਤ ਨੇ, ਇਥੇ ਪਰਾਏ ਮਤ ਕਿਹਨਾਂ ਨੂੰ ਆਖਿਆ? ਜਿਹੜੇ ਪਰਮੇਸ਼ਰ ਤੋਂ ਬੇਮੁਖ ਹੋ ਗਏ ਨੇ, ਅਕਾਲ ਪੁਰਖ ਤੋਂ ਬੇਮੁਖ ਹੋ ਗਏ, ਉਹਨਾਂ ਵਾਸਤੇ ਫਿਰ ਗੁਰੂ ਕਾ ਖਾਲਸਾ ਕਾਲ ਰੂਪ ਹੈ। ਇਸੇ ਤਰ੍ਹਾਂ ਜਿਹੜਾ ਦਲਿੱਦਰ ਹੁੰਦਾ ਹੈ ਤੇ ਦਲਿੱਦਰ ਦੇ ਨਾਲ ਫਿਰ ਜਿਹੜੇ ਦੁਸ਼ਟ ਧਰਮ ਦੋਖੀ ਹਨ, ਉਹਨਾਂ ਦੋਖੀਆਂ ਨੂੰ ਦਲਣ ਵਾਲੇ, ਨਾਸ਼ ਕਰਨ ਵਾਲੇ ਹਨ। ਪ੍ਰਤਾਪ ਰਿਪ ਖਾਲਸਾ ਕਲ ਪੱਤਰ ਖਾਲਸਾ। ਤੇ ਖਾਲਸਾ ਦੁਸ਼ਟਾਂ ਦਾ ਤੇਜ ਪ੍ਰਤਾਪ ਨਸ਼ਟ ਕਰਨ ਵਾਲਾ ਹੈ, ਉਹਨਾਂ ਦੇ ਤੇਜ ਪ੍ਰਤਾਪ ਨੂੰ ਮੁਕਾਉਣ ਵਾਲਾ ਹੈ। ਜੈਸੇ ਸੂਰਜ ਚੜ੍ਹਦਾ ਹੈ ਤੇ ਦੀਵੇ ਦੀ ਲਾਟ ਆਪੇ ਹੀ ਫਿੱਕੀ ਪੈ ਜਾਂਦੀ ਹੈ, ਖਾਲਸੇ ਦਾ ਇਤਨਾ ਜ਼ਿਆਦਾ ਤੇਜ ਪ੍ਰਤਾਪ ਹੈ, ਉਸ ਪ੍ਰਤਾਪ ਦੇ ਸਾਹਮਣੇ ਵੈਰੀਆਂ ਦਾ ਪ੍ਰਤਾਪ ਆਪਣੇ ਆਪ ਹੀ ਫਿੱਕਾ ਪੈ ਗਿਆ। ਤਾਈ ਤਾਂ ਫਿਰ ਨੱਥਾ ਤੇ ਅਬਦੁੱਲਾ ਕਹਿੰਦੇ ਨਾ, ਛੇਵੇਂ ਪਾਤਸ਼ਾਹ ਨੂੰ ਪੱਗ ਤੇਰੀ ਕਿ ਜਹਾਂਗੀਰ ਦੀ। ਮਹਾਰਾਜ ਤੁਹਾਡੀ ਪੱਗ ਦੇ ਅੱਗੇ ਜਹਾਂਗੀਰ ਦੀ ਪੱਗ ਕੀ ਹੈ? ਤੁਹਾਡੀ ਪੱਗ ਦੀ ਸ਼ੋਭਾ ਹੀ ਬੜੀ ਹੈ, ਤੁਹਾਡੀ ਪੱਗ ਦੇ ਸਾਹਮਣੇ ਜਹਾਂਗੀਰ ਦੀ ਪੱਗ ਦੀ ਸ਼ੋਭਾ ਫਿੱਕੀ ਪੈ ਜਾਂਦੀ ਹੈ। ਮਹਾਰਾਜ ਗੁਰੂ ਸਾਹਿਬ ਦੇ ਤਖਤ ਦੇ ਅੱਗੇ ਜਹਾਂਗੀਰ ਦਾ ਤਖਤ ਫਿੱਕਾ ਪੈ ਜਾਂਦਾ ਹੈ। ਗੁਰੂ ਕਲਗੀਧਰ ਜੀ ਦੀ ਕਲਗੀ ਅੱਗੇ ਜਿਹੜਾ ਔਰੰਗਜ਼ੇਬ, ਉਹਦੀਆਂ ਕਲਗੀਆਂ ਫਿੱਕੀਆਂ ਪੈ ਜਾਂਦੀਆਂ ਨੇ। ਗੁਰੂ ਕੇ ਨਗਾਰੇ ਦੀ ਆਵਾਜ਼ ਦੇ ਹੇਠਾਂ ਔਰੰਗਜ਼ੇਬ ਵਰਗਿਆਂ ਦੇ ਨਗਾਰਿਆਂ ਦੀ ਆਵਾਜ਼ ਮੱਧਮ ਪੈ ਜਾਂਦੀ। ਐਸਾ ਤੇਜ ਪ੍ਰਤਾਪ ਹੈ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਖਾਲਸੇ ਦਾ। ਤੇ ਫਿਰ ਕਵੀ ਜੀ ਕਹਿੰਦੇ, ਮਹਾਰਾਜ ਤੁਹਾਡਾ ਖਾਲਸਾ ਕਲਪ ਬ੍ਰਿਸ਼ ਹੈ। ਹੁਣ ਕਲਪ ਬ੍ਰਿਸ਼ ਦੀ ਜੋ ਸੇਵਾ ਕਰੀਏ ਉਹ ਪ੍ਰਾਪਤ ਹੋ ਜਾਂਦਾ ਹੈ, ਤੇ ਖਾਲਸੇ ਦੀ ਵੀ ਜੋ ਸੇਵਾ ਕਰੀਏ ਉਹ ਖਾਲਸੇ ਦੀ ਸੇਵਾ ਕਰਕੇ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ। ਤੇ ਆਪ ਜੀ ਦਾ ਜਿਹੜਾ ਖਾਲਸਾ ਕਲਪ ਬ੍ਰਿਸ਼ ਦੀ ਨਿਆਈ ਹੈ। ਕਬਿਤ ਪਾੜੇ ਸੇ ਪਠਾਨੇ ਉਤ ਸੱਸੇ ਸੂਬੇ ਊਕ ਸੇਨਾ। ਕਵੀ ਜੀ ਕਹਿੰਦੇ ਹਨ ਵੀ ਮਹਾਰਾਜ ਤੁਹਾਡੇ ਖਾਲਸੇ ਦੇ ਤੇਜ ਦੇ ਪ੍ਰਤਾਪ ਦੇ ਸਾਹਮਣੇ ਜਿਹੜੇ ਪਠਾਨ ਨੇ ਨਾ, ਪਾੜੇ ਵਰਗੇ ਹੋ ਜਾਂਦੇ ਨੇ। ਪਾੜਾ ਇੱਕ ਚਿਤਰਾ ਹਰਨ ਹੁੰਦਾ ਹੈ, ਚਿੱਟੇ ਰੰਗ ਦੀਆਂ ਧਾਰੀਆਂ ਜੀਆਂ ਹੁੰਦੀਆਂ ਨੇ, ਇਹਦੇ ਮਾਸ ਵਿੱਚ ਸੂਫ ਬੜਾ ਥੋੜਾ ਜਿਹਾ ਹੁੰਦਾ ਹੈ। ਤੇ ਇਹ ਹਰਨ ਜਦੋਂ ਦੌੜਦਾ ਨਾ, ਦੌੜਦਿਆਂ ਹਫ ਜਾਂਦਾ ਹੈ, ਬਹੁਤੀ ਦੂਰ ਤੱਕ ਨਹੀਂ ਜਾ ਸਕਦਾ। ਸ਼ੇਰ ਇਹਨੂੰ ਇਦਾਂ ਹੀ ਦੌੜਾ ਕੇ ਮਾਰ ਦਿੰਦਾ ਹੈ, ਭਜਾਈ ਜਾਂਦਾ ਹੈ। ਕਹਿੰਦੇ ਮਹਾਰਾਜ ਤੁਹਾਡਾ ਪੰਥ ਜਿਹੜਾ ਹੈ ਨਾ, ਇਹਨੇ ਪਠਾਣਾ ਨੂੰ ਇਦਾਂ ਦੌੜਾ ਕੇ ਕਹਿੰਦੇ ਪਾੜੇ ਵਾਂਗੂ ਥਕਾ ਦਿੱਤਾ ਉਹਨਾਂ ਨੇ। ਅੱਜ ਵੀ ਜਦੋਂ ਜਾ ਕੇ ਤੁਸੀਂ ਖੈਬਰ ਦਰਾਂ ਨੂੰ ਪੁੱਛੋ ਕਿ ਹਰੀ ਸਿੰਘ ਨਲੂਆ ਕਿੱਥੇ, ਅੱਜ ਵੀ ਉਹਦੀ ਤੇਗ ਦੀ ਆਵਾਜ਼ ਗੂੰਜਦੀ ਹੈ ਉੱਥੇ। ਅੱਜ ਵੀ ਪਠਾਨ ਥਰ ਥਰ ਕੰਬਦੇ। ਉਦੋਂ ਵੀ ਮਾਈਆਂ ਕਹਿੰਦੀਆਂ ਨਾ, ਹਰੀਆ ਰਾਗਲੇ
ਬੱਚਿਆਂ ਨੂੰ ਕਹਿੰਦੇ ਵੀ ਸੌਂ ਜਾ, ਹਰੀ ਸਿੰਘ ਨਲੂਆ ਆ ਜਾਏਗਾ। ਉਹਦੀ ਆਵਾਜ਼ ਅੱਜ ਵੀ ਗੂੰਜਦੀ ਆ ਦੁਨੀਆ ਦੇ ਵਿੱਚ। ਅੱਜ ਤਾਈਂ ਕੋਈ ਵੀ ਤਾਕਤ ਉਹਨਾਂ ਦੇ ਗੋਡੇ ਨਹੀਂ ਟਿਕਾ ਸਕੀ, ਪਰ ਸਰਦਾਰ ਹਰੀ ਸਿੰਘ ਨਲੂਆ ਉਹਨੇ ਕਹਿੰਦੇ ਉਹਨਾਂ ਦੇ ਗੋਡੇ ਟਿਕਾ ਦਿੱਤੇ। ਸਤਿ ਸ੍ਰੀ ਅਕਾਲ। ਜਿਹੜੇ ਪਠਾਨ ਸਨ ਨਾ, ਉਹਨਾਂ ਦੀ ਹਾਲਤ ਗੁਰੂ ਕੇ ਖਾਲਸੇ ਨੇ ਇਦਾਂ ਕਰ ਦਿੱਤੀ, ਕਵੀ ਜੀ ਕਹਿੰਦੇ ਜਿਵੇਂ ਉਹ ਪਾੜਾ ਹਰਨ ਹੁੰਦਾ ਨਾ, ਉਦਾਂ ਦੀ ਹਾਲਤ ਬਣਾ ਦਿੱਤੀ। ਉਹ ਵੀ ਵਿਚਾਰਾ ਦੌੜਦਿਆਂ ਦੌੜਦਿਆਂ ਹੱਫ ਜਾਂਦਾ ਹੈ। ਤੇ ਇਸੇ ਤਰ੍ਹਾਂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਖਾਲਸੇ ਨੇ ਪਠਾਨਾਂ ਦਾ ਹਾਲ ਕਰ ਦਿੱਤਾ। ਫਿਰ ਦੂਸਰੇ ਪਾਸੇ ਕਹਿੰਦੇ ਜਿਹੜੇ ਸੂਬੇ ਸਨ, ਸੂਬਿਆਂ ਦੀ ਹਾਲਤ ਕੀ ਬਣਾਈ? ਕਹਿੰਦੇ ਜਿਵੇਂ ਸਇਆ ਹੁੰਦਾ, ਸਇਆ ਵਿਚਾਰਾ ਡਰਦਾ ਨਾ, ਛੋਟਾ ਜਿਹਾ ਹੁੰਦਾ, ਤੇ ਹੁਣ ਉਹਦੇ ਅੰਦਰ ਭੈ ਰਹਿੰਦਾ ਵੀ ਮੈਨੂੰ ਕਿਤੇ ਮਾਰ ਹੀ ਨਾ ਦੇਣ। ਤੇ ਕਹਿੰਦੇ ਸੂਬੇ ਵੀ ਦਬ ਗਏ ਮਹਾਰਾਜ ਜੀ ਦੇ ਖਾਲਸੇ ਦੇ ਤੇਜ ਦੇ ਪ੍ਰਤਾਪ ਦੇ ਸਾਹਮਣੇ। ਸੂਬੇ ਵੀ ਆਪਣਾ ਸਿਰ ਨਹੀਂ ਚੁੱਕਦੇ, ਉਹਨਾਂ ਨੂੰ ਵੀ ਪਤਾ ਵੀ ਇਹਨਾਂ ਦੇ ਤੇਜ ਪ੍ਰਤਾਪ ਦੇ ਸਾਹਮਣੇ ਸਾਡਾ ਵਸ ਨਹੀਂ ਚੱਲਣਾ। ਐਸਾ ਮਹਾਰਾਜ ਗੁਰੂ ਕਲਗੀਧਰ ਜੀ ਦੇ ਖਾਲਸੇ ਦਾ ਤੇਜ ਪ੍ਰਤਾਪ ਹੈ। ਕਵੀ ਜੀ ਨੇ ਹੋਰ ਵੀ ਬੜੀਆਂ ਸੋਹਣੀਆਂ ਅੱਗੇ ਉਦਾਹਰਨਾਂ ਦੇ ਕੇ ਪਠਾਨਾਂ ਦਾ, ਸੂਬਿਆਂ ਦਾ, ਮਲੇਸ਼ਾਂ ਦਾ, ਬਲੋਚਾਂ ਦਾ ਜ਼ਿਕਰ ਕਰਕੇ ਨਾ, ਤੇ ਇਹ ਰੂਪਕ ਅਲੰਕਾਰ ਬਣ ਕੇ ਫਿਰ ਉਹਨਾਂ ਨੇ ਬੜੀ ਸੋਹਣੀ ਕਥਾ ਦੇ ਤੇਜ ਪ੍ਰਤਾਪ ਜਿਹੜਾ ਖਾਲਸੇ ਦਾ ਉਹਦਾ ਰੂਪਕ ਬੰਨਿਆ ਹੈ। ਅਗਲੇ ਦੀਵਾਨਾਂ ਦੇ ਵਿੱਚ ਇਹ ਵਿਚਾਰ ਆਪਾਂ ਸਰਵਣ ਕਰਾਂਗੇ। ਉਸ ਤੋਂ ਬਾਅਦ ਭਾਈ ਰਾਮ ਕੋਇਲ ਸਾਹਿਬ ਜੀ, ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਨੇ ਇਹ ਕਥਾ ਸੁਣਾਈ, ਕਵੀ ਸੰਤੋਖ ਸਿੰਘ ਜੀ ਹੋਰਾਂ ਨੇ ਇਸ ਕਥਾ ਨੂੰ ਕਲਮਬੰਦ ਕੀਤਾ, ਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਮੁੱਢ ਕਿਵੇਂ ਬੱਝਾ, ਇਹ ਕਥਾ ਕੱਲ ਦੇ ਦੀਵਾਨਾਂ ਵਿੱਚ ਆਪ ਜੀ ਸਰਵਣ ਕਰੋਗੇ। ਸਤਿਗੁਰੂ ਰਹਿਮਤ ਕਰਨ, ਸਾਰਿਆਂ ਦੇ ਸੀਸ ਤੇ ਮਹਾਰਾਜ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਬਾਣੀ ਬਾਣੇ ਨਾਲ ਸਾਨੂੰ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣ। ਸਮੂਹ ਸੰਗਤਾਂ ਦਾ ਹਾਰਦਿਕ ਧੰਨਵਾਦ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇ ਹੋ, ਆਪਣਾ ਨਾਮ ਦੇ ਹੋ, ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਨਾਨਕ ਚਾਉ ਏਓ, ਨਾਨਕ ਚਾਉ ਏਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਤ। ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੇ ਸਦਾ ਬਵੇਕ। ਹੇ ਅਪਰੰਪਰ ਹਰ ਹਰੇ ਪੀ ਹੋਣ ਹਾਰੇ। ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ। ਹੇ
ਠਾਕੁਰ ਹਉ ਦਾਸੁਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੋਈਐ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦ ਗੁਰ ਪਾਰੇ ਉਤਾਰਨ ਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।